ਓਕਾਰ ਦਾਤਾਰ ਪ੍ਰਭ ਇਹ ਦਾਤਾਰ ਜੋ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਹੈ, ਉਹਨੇ ਧਰਮ ਦੀ ਫਰਿਆਦ ਸੁਣਨਾ ਕੀਤੀ। ਗੁਰ ਨਾਨਕ ਜਗ ਮਾਹਿ ਸਤਿਗੁਰੂ ਪਠਾਇਆ। ਨਾਨਕ ਦੇਵ ਦੁਨੀਆ ਦੇ ਤਾਰਨ ਵਾਸਤੇ ਜਗਤ ਨੂੰ ਜੋ ਭੇਜਣ ਵਾਲੇ ਅਕਾਲ ਪੁਰਖ ਆਪ ਹੈ, ਆਪ ਹੀ ਭੇਜਣ ਵਾਲਾ ਹੋ ਕੇ ਪਠਣ ਵਾਲਾ ਹੋ ਕੇ ਆਪ ਹੀ ਆ ਗਿਆ ਗੁਰੂ ਨਾਨਕ ਨੂੰ ਉਤਾਰ ਕੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਿਵਾਜੀ ਸੰਗਤ, ਆਪਾਂ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜਾ ਜੋ 550 ਸਾਲਾ ਮਨਾਉਣ ਲਈ ਆਪਾਂ ਬੜੇ ਉਤਸ਼ਾਹ ਵਿੱਚ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਆਪਣਾ ਹਿੱਸਾ ਪਾ ਰਹੇ ਹਾਂ। ਸੋ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸੱਚੀ ਸ਼ਰਧਾਂਜਲੀ ਹੈ ਕਿ ਆਪਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਢਾਲੀਏ, ਉਸ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਈਏ। ਤਾਂ ਕਰਕੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਆਪਾਂ ਨੂੰ ਜੀਵਨ ਦਿੱਤਾ, ਉਹ ਜੀਵਨ ਦੇ ਆਧਾਰ ਤੇ ਜਾਂ ਉਹ ਜੀਵਨ ਨੂੰ ਕਮਾਉਣ ਵਿੱਚ ਆਪਣਾ ਉਤਸ਼ਾਹ ਬਣਿਆ ਰਹੇ। ਕਿਉਂਕਿ ਗੁਰਪੁਰਬ ਆਪਾਂ ਮਨਾਉਂਦੇ ਹਾਂ ਤੇ ਫਿਰ ਜਦੋਂ ਗੁਰਪੁਰਬ ਦੀ ਤਰੀਕ ਲੰਘ ਜਾਂਦੀ ਹੈ, ਆਪਾਂ ਕਹਿੰਦੇ ਜੀ ਹੁਣ ਆਪਾਂ ਭੁੱਲ ਜਾਂਦੇ ਹਾਂ। ਭੁੱਲਣਾ ਕੋਈ ਨਹੀਂ ਹੈਗਾ, ਕਿਉਂਕਿ ਗੁਰੂ ਨਾਨਕ ਹੀ ਸਭ ਕੁਝ ਹੈ, ਸਿੱਖੀ ਗੁਰੂ ਨਾਨਕ ਹੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਸਤਿਗੁਰਾਂ ਦੀ ਬਖਸ਼ੀ ਫਤਿਹ ਨੂੰ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਆਪਾਂ ਟੌਪਿਕ ਰੱਖੀ ਹੈ ਉਹ ਹੈ ਬਦਲਾਓ, ਟ੍ਰਾਂਸਫਾਰਮੇਸ਼ਨ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤਾ। ਕਿਹਨਾਂ ਦੀਆਂ ਜਿਹੜੀਆਂ ਹਨ ਵੱਡੇ ਭਾਗਾਂ ਵਾਲੇ ਸਨ ਜਿਨ੍ਹਾਂ ਨੂੰ ਮਹਾਰਾਜ ਨੇ ਟ੍ਰਾਂਸਫਾਰਮ ਕੀਤਾ, ਜਿਨ੍ਹਾਂ ਦੇ ਜੀਵਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਦੀਆਂ ਨੂੰ ਕੱਢ ਕੇ, ਕਮਜ਼ੋਰੀਆਂ ਨੂੰ ਕੱਢ ਕੇ ਉਹਨਾਂ ਨੂੰ ਹੌਸਲਾ ਦਿੱਤਾ, ਉਹਨਾਂ ਨੂੰ ਸੱਚਾ ਰਾਹ ਦਿਖਾਇਆ, ਸੱਚਾ ਜੀਵਨ ਉਹਨਾਂ ਨੂੰ ਦਿੱਤਾ। ਸੋ ਉਹਨਾਂ ਦੇ ਬਾਰੇ ਆਪਾਂ ਥੋੜੀ ਵਿਚਾਰ ਕਰਨੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਨਾ, ਵਿਚਿਤ੍ਰ ਨਾਟਕ ਦੇ ਵਿੱਚ ਦੋਹਰਾ ਮਹਾਰਾਜ ਨੇ ਉਚਾਰਨ ਕੀਤਾ, ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟ ਨਾਨਕ ਰਾਏ। ਸੋ ਬੇਦੀ ਕੁਲ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ। ਸਭ ਸਿੱਖਣ ਕੋ ਸੁਖ ਦੇ, ਸਾਰੇ ਸਿੱਖਾਂ ਨੂੰ ਸੁਖ ਦੇਣ ਵਾਸਤੇ ਜਹ ਤਹ ਪਏ ਸਹਾਏ। ਜਿੱਥੇ ਕਿਤੇ ਵੀ ਜਿਹੜਾ ਹੈ ਸਿੱਖ ਦੀ ਸਹਾਇਤਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਜਦੇ ਹਨ। ਜਿੱਥੇ ਕਿਤੇ ਵੀ ਪਹੁੰਚ ਕਰਕੇ ਆਪਣੇ ਸਿੱਖ ਨੂੰ ਬਚਾਉਂਦੇ ਹਨ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਐਸੇ ਗੁਰੂ ਹਨ, ਮਹਾਰਾਜ ਨੇ ਕਿਤੇ ਵੀ ਆਪਣਾ ਜਿਹੜਾ ਹਨ ਸੇਵਕ ਨੂੰ ਛੱਡਿਆ ਕੋਈ ਨਹੀਂ ਹੈਗਾ। ਸੋ ਸਾਖੀ ਆਉਂਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਾਮਰੂਪ ਦੇਸ਼ ਤੋਂ ਅੱਗੇ ਲੰਘ ਕਰਕੇ ਮਹਾਰਾਜ ਜੀ ਜਾਂਦੇ ਹਨ ਤਾਂ ਸਤਿਗੁਰੂ ਜੀ ਇੱਕ ਬਿਆਬਾਨ ਜੰਗਲ ਵਿੱਚ ਪਹੁੰਚਦੇ ਹਨ। ਬਹੁਤ ਭਾਰੀ ਜੰਗਲ ਹੈ। ਸੋ ਇਸ ਜੰਗਲ ਵਿੱਚ ਪਹੁੰਚਦਿਆਂ ਸਾਰ ਜਿਹੜਾ ਹੈ ਥੋੜਾ ਚਿਰ ਇੱਕ ਜਿਹੜਾ ਹੈ ਦਰਖਤ ਦੇ ਥੱਲੇ ਬੈਠੇ ਸਨ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਸਾਨੂੰ ਆਗਿਆ ਦਿਓ, ਅਸੀਂ ਘਰ ਨੂੰ ਜਾਣਾ ਹੈ। ਸਾਨੂੰ ਆਪਣਾ ਪਰਿਵਾਰ ਬਹੁਤ ਚੇਤੇ ਆਉਂਦਾ ਹੈ, ਅਸੀਂ ਆਪਣੇ ਪਰਿਵਾਰ ਨੂੰ ਮਿਲਣਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਤੂੰ ਹੁਣ ਇੱਥੋਂ ਕਿਤੇ ਨਾ ਜਾਈਂ, ਕਿਉਂਕਿ ਇੱਥੇ ਅੱਗੇ ਜਿੱਥੇ ਤੂੰ ਜਾਏਗਾ ਉੱਥੇ ਇੱਕ ਬਲਾ ਹੈ। ਬਲਾ ਹੁੰਦੇ ਜਿਵੇਂ ਕਿ ਡਿਜ਼ਾਸਟਰ ਹੁੰਦਾ ਹੈ। ਕਹਿੰਦੇ ਇੱਕ ਬਲਾ ਖੜੀ ਹੈ, ਤੂੰ ਉੱਥੇ ਨਹੀਂ ਜਾਣਾ, ਤੂੰ ਇੱਥੋਂ ਹੁਣ ਕਿਤੇ ਨਾ ਜਾਏ, ਤੂੰ ਸਾਡੇ ਕੋਲ ਰਹੀ। ਭਾਈ ਮਰਦਾਨਾ ਹੱਠ ਕਰਨ ਲੱਗ ਪਿਆ, ਕਹਿੰਦਾ ਨਹੀਂ ਮਹਾਰਾਜ, ਜੇ ਤੁਸੀਂ ਨਹੀਂ ਕਹਿੰਦੇ ਜਾਣਾ ਨਾ ਮੈਂ ਫਿਰ ਵੀ ਜਾਣਾ, ਮੈਨੂੰ ਆਪਣਾ ਪਰਿਵਾਰ ਬਹੁਤ ਚੇਤੇ ਆਉਂਦਾ ਹੈ, ਮੈਂ ਹੁਣ ਜਾਣਾ ਹੀ ਜਾਣਾ ਹੈ। ਕਿੰਨਾ ਸਮਾਂ ਬੀਤ ਗਿਆ, ਮੈਂ ਆਪਣੇ ਪਰਿਵਾਰ ਤੋਂ ਵਿਛੜਿਆ ਹੋਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਹਟਾਉਂਦੇ ਨੇ, ਕਹਿੰਦੇ ਮਰਦਾਨਿਆ ਸੋਚ ਲੈ, ਨਹੀਂ ਜਾਣਾ, ਨਾ ਜਾ। ਹੁਣ ਇਹ ਠੀਕ ਸਜਰਾ ਹੈ, ਅਸਤਜਰਾ ਥਾਂ ਜਿਹੜਾ ਠੀਕ ਨਹੀਂ ਤੇਰੇ ਵਾਸਤੇ ਜਾਣ। ਤੇ ਮਰਦਾਨਾ ਮੰਨਿਆ ਕੋਈ ਨਹੀਂ। ਭਾਈ ਬਾਲਾ ਉੱਥੇ ਬੈਠਾ ਸੀ। ਗੁਰੂ ਨਾਨਕ ਸਾਹਿਬ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਬਾਲਿਆ ਤੂੰ ਸਮਝਾ ਲਾ ਇਹਨੂੰ। ਤੇ ਭਾਈ ਬਾਲਾ ਕਹਿਣ ਲੱਗਾ, ਮਰਦਾਨਿਆ ਦੇਖ ਇਹੀ ਖੁਦਾ, ਇਹ ਅੱਲਾ ਹੈ ਇੱਥੇ ਬੈਠਾ, ਇਹ ਗੁਰੂ ਨਾਨਕ ਉਹ ਪਰਮੇਸ਼ਰ ਹੈ, ਉਹ ਤੈਨੂੰ ਕਹਿ ਰਿਹਾ ਨਾ ਜਾ, ਤੂੰ ਕਿਉਂ ਚੱਲਿਆ? ਤੇ ਪਰਮੇਸ਼ਰ ਤੋਂ ਦੂਰ ਰਹਿ ਕੇ ਤੈਨੂੰ ਖੁਸ਼ੀ ਕਿਵੇਂ ਮਿਲ ਜਾਏਗੀ? ਤੂੰ ਖੁਸ਼ੀ ਲੈਣ ਵਾਸਤੇ ਪਰਿਵਾਰ ਨੂੰ ਮਿਲਣ ਵਾਸਤੇ ਚੱਲਿਆ ਹਾਂ। ਜੇ ਅਗਰ ਤੂੰ ਪਰਮੇਸ਼ਰ ਤੋਂ ਦੂਰ ਹੋ ਗਿਆ ਤਾਂ ਕਾਹਦੀ ਖੁਸ਼ੀ ਹੈ? ਖੁਸ਼ੀ ਤਾਂ ਪਰਮਾਤਮਾ ਨਾਲ ਹੀ ਹੁੰਦੀ ਹੈ ਨਾ। ਤੇ ਕਹਿੰਦੇ ਮਰਦਾਨਿਆ ਤੈਨੂੰ ਐਸਾ ਨਹੀਂ ਕਰਨਾ ਚਾਹੀਦਾ, ਗੁਰੂ ਨਾਨਕ ਦਾ ਸੰਗ ਨਾ ਛੱਡ।
भाई मर्दाने दे उत्ते महाराज ने ऐसी माया वरताई, कहना मैं जाना ही है। बड़ा ढीठपना फड़िया उस दिन, कहना अज नहीं मैं मनदा, तुर पिया जी। तो गुरु नानक साहब जी उत्थे बैठे रहे ते भाई मर्दाने नूं कहंदे मर्दानिया जिहड़ा है तू जाना है तां ख्याल नाल जाए। तो तुर पिया जी भाई मर्दाना। ਜਾਂਦਿਆਂ ਜਾਂਦਿਆਂ ਭਾਈ ਮਰਦਾਨਾ ਰਸਤੇ ਵਿੱਚ ਇੱਕ ਰਾਤ ਕਿਤੇ ਠਹਿਰਦਾ ਹੈ। ਦੂਸਰੇ ਦਿਨ ਜਦੋਂ ਜਾਂਦਾ ਹੈ ਨਾ, ਕੀ ਹੋਇਆ, ਉਸ ਅਸਥਾਨ ਤੇ ਇੱਕ ਦੈਂਤ ਰਹਿੰਦਾ ਸੀ, ਬਹੁਤ ਵੱਡਾ ਡੀਮਨ ਸੀ ਜਿਹਦਾ ਨਾਂ ਸੀ ਕੋਡਾ। ਕੋਡਾ ਰਾਖਸ਼ ਸੀ ਤੇ ਉਹਨੇ ਕੀ ਕੀਤਾ, ਭਾਈ ਮਰਦਾਨੇ ਨੂੰ ਪਕੜ ਲਿਆ, ਫੜ ਲਿਆ। ਭਾਈ ਮਰਦਾਨੇ ਨੂੰ ਪਕੜ ਕਰਕੇ ਉਹ ਆਪਣੀ ਕੁਟਿਆ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਬੰਨ੍ਹ ਦਿੱਤਾ। ਭਾਈ ਮਰਦਾਨਾ ਸਾਰੀ ਰਾਤ ਉਹ ਕੁਟਿਆ ਵਿੱਚ ਬੰਨਿਆ ਬੈਠਾ ਰਿਹਾ ਤੇ ਹੁਣ ਸੋਚਦਾ, ਅਰਦਾਸਾਂ ਕਰਦਾ, ਗੁਰੂ ਨਾਨਕ ਸਾਹਿਬ ਮੈਂ ਫਿਰ ਵੀ ਤੇਰਾ ਚੇਲਾ ਹਾਂ। ਮਹਾਰਾਜ ਮੈਂ ਭੁੱਲਾਂ ਜਿਹੜਾ ਭੁੱਲ ਗਿਆ ਸੀ, ਮੈਂ ਤੇਰਾ ਸਾਥ ਛੱਡ ਗਿਆ, ਪਰ ਮੈਂ ਫਿਰ ਵੀ ਤੇਰਾ ਹਾਂ। ਮਹਾਰਾਜ ਮੈਨੂੰ ਬਚਾ ਲੈ, ਮੈਂ ਤੇਰਾ ਚੇਲਾ ਹਾਂ, ਮੈਂ ਤੈਨੂੰ ਆਪਣਾ ਗੁਰੂ ਆਪਣਾ ਪੀਰ ਮੰਨਦਾ ਹਾਂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠਾ ਨਾ ਦੂਸਰੇ ਦਿਨ ਭਾਈ ਬਾਲੇ ਨੂੰ ਕਹਿਣ ਲੱਗੇ, ਬਾਲਿਆ ਚੱਲ ਮਰਦਾਨੇ ਨੂੰ ਜਾ ਕੇ ਛਡਾਈਏ। ਭਾਈ ਬਾਲਾ ਕਹਿਣ ਲੱਗਾ, ਮਹਾਰਾਜ ਉਹ ਤਾਂ ਆਪਣੀ ਢੀਠ ਬੜੀ ਨਾਲ ਗਿਆ ਸੀ, ਉਹਨੇ ਕਿਹੜੀ ਤੁਹਾਡੀ ਗੱਲ ਮੰਨੀ ਆ, ਮਹਾਰਾਜ ਛੱਡੋ ਉਹਨੂੰ ਪਰਾਂ, ਜਿੱਥੇ ਜਾਂਦਾ ਜਾਵੇ ਉੱਥੇ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਨਹੀਂ ਭਾਈ ਬਾਲਿਆ, ਬੜੀਆਂ ਅਰਦਾਸਾਂ ਕਰ ਰਿਹਾ ਹੈ, ਬੜਾ ਸਾਨੂੰ ਯਾਦ ਕਰ ਰਿਹਾ ਹੈ, ਉਹ ਤਾਂ ਫਿਰ ਵੀ ਸਾਡਾ ਸੰਗੀ ਆ ਨਾ, ਭਾਵੇਂ ਸਾਥ ਛੱਡ ਵੀ ਗਿਆ ਫਿਰ ਵੀ ਤਾਂ ਸਾਡਾ ਹੀ ਹੈ ਨਾ। ਕਹਿੰਦੇ ਚਲੋ ਭਾਈ ਮਰਦਾਨੀਆ ਆਪਾਂ ਚੱਲੀਏ, ਉਹਨੂੰ ਬਚਾਈਏ। ਭਾਈ ਮਰਦਾਨਾ ਭਾਈ ਬਾਲਾ ਜੀ ਕਹਿੰਦੇ ਉਹ ਤਾਂ ਬਹੁਤ ਦੂਰ ਚਲਾ ਗਿਆ ਹੋਣਾ। ਮਹਾਰਾਜ ਕਹਿੰਦੇ ਨਹੀਂ, 11 ਕਿਲੋ 12 ਕੋ means 1 ਕੋ equals to 2.5 ਕਿਲੋਮੀਟਰ। ਸੋ ਕਹਿੰਦੇ ਅਬਾਊਟ 23-24 ਕਿਲੋਮੀਟਰ ਦੂਰ ਗਿਆ ਹੋਣਾ ਹੈ, ਹਜੇ ਬਹੁਤੀ ਦੂਰ ਨਹੀਂ ਗਿਆ। ਤੇ ਭਾਈ ਬਾਲੇ ਦਾ ਹੱਥ ਜਿਹੜਾ ਹੈ, ਭਾਈ ਬਾਲਾ ਕਹਿੰਦਾ ਮਹਾਰਾਜ ਜੀ ਜਿੰਨਾ ਸਮਾਂ ਆਪਾਂ ਨੂੰ ਜਾਣ ਨੂੰ ਲੱਗਣਾ ਉਹਨੇ ਨੂੰ ਤਾਂ ਉਹਨੇ ਮਾਰ ਵੀ ਦੇਣਾ ਉਹਨੂੰ। ਤੇ ਮਹਾਰਾਜ ਨੇ ਭਾਈ ਬਾਲੇ ਦਾ ਹੱਥ ਫੜਿਆ, ਕਹਿੰਦੇ ਸਤ ਕਰਤਾ, ਸਿੱਧਾ ਕੋਡੇ ਰਾਖਸ਼ ਦੇ ਘਰ ਪਹੁੰਚ ਗਏ। ਉਹਦੇ ਘਰ ਵਿੱਚ ਜਾ ਕੇ ਭਾਈ ਮਰਦਾਨਾ ਜੀ ਬੰਨਿਆ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨੇ ਨੂੰ ਦੇਖ ਕੇ ਹੱਸ ਕੇ ਕਹਿੰਦੇ, ਮਰਦਾਨਿਆ ਤੂੰ ਘਰ ਨੂੰ ਨਹੀਂ ਗਿਆ, ਹਜੇ ਇੱਥੇ ਹੀ ਬੈਠਾ ਹੈ। ਕਹਿੰਦੇ ਕੀ ਗੱਲ ਹੋ ਗਈ ਮਰਦਾਨਿਆ? ਜਿਹੜਾ ਭਾਈ ਮਰਦਾਨਾ ਵਿਚਾਰਾ ਰੋ ਰਿਹਾ, ਕਹਿੰਦਾ ਮਹਾਰਾਜ ਹੁਣ ਤਾਂ ਬਚਾ ਲਓ, ਹੁਣ ਤਾਂ ਨਾ ਐਸਾ ਕਰੋ ਮੇਰੇ ਨਾਲ। ਮਹਾਰਾਜ ਕਹਿੰਦੇ ਕੋਈ ਨਹੀਂ ਮਰਦਾਨਿਆ, ਹੁਣ ਥੋੜੇ ਚਿਰ ਹੋਰ ਬੰਨਿਆ ਰਹਿ। ਤੇ ਭਾਈ ਬਾਲਾ ਕਹਿਣ ਲੱਗਾ, ਮਹਾਰਾਜ ਹੁਣ ਇਹਦੇ ਨਾਲ ਕੀ ਹੋਊਗਾ? ਕਹਿੰਦਾ ਕੋਡਾ ਰਾਕਸ਼ ਆਏਗਾ, ਉਹਨੇ ਇੱਕ ਜਿਹੜਾ ਕੜਾਈ 'ਚ ਧਰੇਗਾ, ਉਹਦੇ 'ਚ ਤੇਲ ਪਾਏਗਾ ਤੇ ਇਹਦੇ ਪਕੌੜੇ ਬਣਾਏਗਾ, ਫਿਰ ਉਹ ਖਾਏਗਾ। ਭਾਈ ਬਾਲਾ ਕਹਿੰਦਾ ਮਹਾਰਾਜ ਐਸਾ ਕਿਉਂ ਕਰਨਾ ਹੈ, ਹੁਣ ਤਾਂ ਆ ਕੇ ਇਹਨੂੰ ਬਚਾ ਲਈਏ। ਮਹਾਰਾਜ ਹੱਸ ਕੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ, ਕਹਿੰਦੇ ਬਾਲਿਆ ਆਪਾਂ ਐਂ ਕਰੀਏ, ਇੱਥੇ ਕਿਤੇ ਲੁਕ ਜਾਂਦੇ ਆ, ਤਮਾਸ਼ਾ ਦੇਖੀਏ, ਆਪਾਂ ਚੁੱਪ ਕਰਕੇ ਦੇਖੀਏ ਹੁਣ ਕੀ ਹੋ ਰਿਹਾ ਇੱਥੇ। ਹਾਂਜੀ ਆਪਾਂ ਦੇਖਣਾ ਹੀ, ਆਪਾਂ ਹੋਰ ਕੁਝ ਨਹੀਂ ਕਰਨਾ ਆਪਾਂ। ਹਾਂਜੀ ਸੋ ਦੇਖਣ ਲੱਗ ਪਏ। ਸੋ ਭਾਈ ਜਿਹੜਾ ਹੈ ਭਾਈ ਮਰਦਾਨਾ ਵਿਚਾਰਾ ਬੰਨਿਆ ਹੋਇਆ, ਕੋਡਾ ਰਾਖਸ਼ ਅੰਦਰ ਆਇਆ, ਉਹਨੂੰ ਖੋਲ ਕੇ ਚੁੱਕ ਕੇ ਲੈ ਗਿਆ ਬਾਹਰ ਕੜਾਹੀ ਵਿੱਚ ਪਾਉਣ ਵਾਸਤੇ। ਹੁਣ ਭਾਈ ਮਰਦਾਨਾ ਜਿਹੜਾ ਹੈ ਉਹ ਤੇਲ ਉਬਲ ਰਿਹਾ ਹੈ। ਭਾਈ ਮਰਦਾਨੇ ਨੂੰ ਚੁੱਕ ਕੇ ਆਪਣੇ ਕੱਛ 'ਚ ਕੋਡੇ ਰਾਖਸ਼ ਨੇ ਜਾ ਕੇ ਉਹਦੇ 'ਚ ਪਾਉਣ ਲੱਗਿਆ। ਭਾਈ ਮਰਦਾਨਾ ਵਿਚਾਰਾ ਅਰਦਾਸ ਕਰਦਾ, ਮਹਾਰਾਜ ਬਚਾ ਲਓ, ਮਹਾਰਾਜ ਬਚਾ ਲਓ, ਬਚਾ ਲਓ। ਬੜੀ ਅਰਦਾਸ ਕੀਤੀ। ਅਰਦਾਸ ਦਾ ਸਦਕਾ ਕੀ ਹੋਇਆ, ਜਦੋਂ ਉਹਨੂੰ ਤੇਲ ਵਿੱਚ ਪਾਇਆ ਉਹ ਤੇਲ ਠੰਡਾ ਹੋ ਗਿਆ। ਭਾਈ ਮਰਦਾਨੇ ਦਾ ਵਾਲ ਵੀ ਵਿੰਗਾ ਨਾ ਹੋਇਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਤੋਂ ਬਾਅਦ ਆਏ ਤੇ ਕਹਿੰਦੇ, ਕੋਡਿਆ ਹੁਣ ਕਿਉਂ ਨਹੀਂ ਖਾਂਦਾ? ਆ ਖਾ ਲਾ, ਹੁਣ ਤੇਰੇ ਸਾਹਮਣੇ ਆ। ਕਹਿੰਦੇ ਵੀ ਜੇ ਨਹੀਂ ਵੀ ਕੁੱਕ ਹੋਇਆ ਤੂੰ ਕੱਚਾ ਹੀ ਖਾ ਜਾ, ਕੋਈ ਗੱਲ ਨਹੀਂ। ਹਾਂਜੀ ਕਹਿੰਦੇ ਮਰਦਾਨਾ ਹੈਗਾ, ਖਾ ਜਾ ਹੁਣ। ਉਹ ਕੋਡਾ ਕਹਿੰਦਾ ਮਹਾਰਾਜ ਤੁਹਾਨੂੰ ਮੇਰੇ ਨਾਂ ਦਾ ਕਿਵੇਂ ਪਤਾ? ਹਾਊ ਡੂ ਯੂ ਨੋ ਮਾਈ ਨੇਮ? ਤੇ ਉਸ ਵੇਲੇ ਨਾ ਕੋਡੇ ਰਾਖਸ਼ ਨੇ ਕੀ ਕੀਤਾ, ਅੰਦਰ ਭੱਜੇ ਆਪਣੇ ਘਰ ਦੇ ਅੰਦਰ ਜਾ ਕੇ ਇੱਕ ਸ਼ੀਸ਼ਾ ਲੈ ਕੇ ਆਇਆ। ਉਸ ਸ਼ੀਸ਼ੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਉਹਨੇ, ਤੇ ਗੁਰੂ ਨਾਨਕ ਸਾਹਿਬ ਨੂੰ ਸ਼ੀਸ਼ੇ ਵਿੱਚ ਦੇਖ ਕੇ ਨਾ ਮਹਾਰਾਜ ਦੇ ਚਰਨੀ ਡਿੱਗ ਪਿਆ। ਮਹਾਰਾਜ ਦੇ ਚਰਨ ਪਕੜ ਲਏ, ਕਹਿੰਦਾ ਮਹਾਰਾਜ ਬਚਾ ਲਓ। ਕੋਡਾ ਰਾਖਸ਼ ਕਹਿੰਦਾ। ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਕੋਡਿਆ ਤੇਰੇ ਨਾਲ ਕੀ ਹੋਇਆ? ਕਹਿੰਦਾ ਮੈਂ ਇੱਕ ਬਹੁਤ ਵਿਦਵਾਨ ਸੀ, ਮੈਨੂੰ ਬਹੁਤ ਗਿਆਨ ਵੀ ਸੀ ਤੇ ਮੈਨੂੰ ਨਾਲ ਹੰਕਾਰ ਵੀ ਸੀ। ਕਹਿੰਦੇ ਇੱਕ ਦਿਨ ਮੇਰਾ ਗੁਰੂ ਮੇਰੇ ਘਰ ਵਿੱਚ ਆਇਆ, ਮੈਂ ਉੱਠ ਕੇ ਉਹਦਾ ਸਤਿਕਾਰ ਨਹੀਂ ਕੀਤਾ। ਕਹਿੰਦਾ ਮੇਰੇ ਗੁਰੂ ਨੇ ਮੈਨੂੰ ਉਸ ਵੇਲੇ ਇੱਕ ਸ਼ਰਾਪ ਦਿੱਤਾ, ਕਹਿੰਦਾ ਆਕੜਿਆ ਬੈਠਾ ਹੈ, ਦੈਂਤ ਵਾਂਗੂ ਤੂੰ ਦੈਂਤ ਬਣੇਗਾ। ਕਿਉਂ? ਕਹਿੰਦਾ ਮੇਰੀ ਕਾਇਆ ਪਲਟ ਗਈ, ਮੈਂ ਦੈਂਤ ਬਣ ਗਿਆ। ਪਰ ਕਹਿੰਦਾ ਮੈਂ ਇੱਕ ਗੱਲ ਪੁੱਛੀ ਆਪਣੇ ਗੁਰੂ ਨੂੰ ਕਿ ਗੁਰੂ ਜੀ ਮੇਰਾ ਉਧਾਰ ਕਿਵੇਂ ਹੋਵੇਗਾ? ਤਾਂ ਕਹਿੰਦਾ ਮੇਰੇ ਗੁਰੂ ਨੇ ਮੈਨੂੰ ਇਹ ਸ਼ੀਸ਼ਾ ਦਿੱਤਾ। ਕਹਿੰਦਾ ਇਹ ਸ਼ੀਸ਼ਾ ਬੰਦਿਆਂ ਦੇ ਪਿਛਲੇ ਜਨਮ ਦਿਖਾਏਗਾ, ਬੰਦਿਆਂ ਦਾ ਅਸਲੀ ਰੂਪ ਦਿਖਾਏਗਾ।
ਕਹਿੰਦਾ ਜਿਹੜਾ ਵੀ ਬੰਦਿਆਂ ਦਾ ਰੂਪ ਤੈਨੂੰ ਇੱਥੇ ਬੰਦਾ ਦਿਸੇ, ਕਹਿੰਦਾ ਉਹਦੇ ਚਰਨੀ ਲੱਗ ਜੀ, ਉਹ ਤੈਨੂੰ ਤਾਰਨ ਵਾਸਤੇ ਆਇਆ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ, ਕੋਟਕ ਤੁਸੀਂ ਪਹਿਲੇ ਹੋ ਜਿਹਨੂੰ ਮੈਨੂੰ ਤੁਹਾਡਾ ਚਿਹਰਾ ਇਹ ਸ਼ੀਸ਼ੇ ਵਿੱਚ ਦਿਸਿਆ ਹੈ, ਨਹੀਂ ਤਾਂ ਕਹਿੰਦਾ ਮੈਨੂੰ ਇੱਥੇ ਸ਼ੇਰ ਦਿਸਦੇ ਸਨ, ਬਘਿਆੜ ਦਿਸਦੇ ਸਨ, ਕੁੱਤੇ ਬਿੱਲੇ ਦਿਸਦੇ ਸਨ, ਜਿਹਨੂੰ ਵੀ ਮੈਂ ਦੇਖਦਾ ਸੀ ਕੁੱਤੇ ਬਿੱਲੇ ਮੂਹਰੇ ਆਉਂਦੇ ਸੀ, ਕਹਿੰਦਾ ਉਹਨਾਂ ਦਾ ਅਸਲੀ ਰੂਪ ਅੱਗੇ ਆਉਂਦਾ ਸੀ। ਕਹਿੰਦਾ ਇੱਕ ਤੁਸੀਂ ਹੋ ਜਿਹਦਾ ਸਰੂਪ ਸਾਖਸ਼ਾਤ ਮੇਰੇ ਸਾਹਮਣੇ ਆਇਆ, ਤਾਂ ਤੁਹਾਡਾ ਰਕਸ਼ ਜਿਹੜਾ ਹੈ ਮਹਾਰਾਜ ਦੇ ਚਰਨੀ ਲੱਗ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਕਿਹਾ, ਕੋਡਿਆ ਤੂੰ ਕਿਉਂ ਐਸਾ ਕਰਦਾ ਹਾਂ? ਕਹਿੰਦੇ ਤੂੰ ਸੇਵਾ ਕਰਿਆ ਕਰ। ਤੇ ਮਹਾਰਾਜ ਨੇ ਜਿਹੜੇ ਪਿੰਡ ਦੇ ਲੋਕ ਉਹ ਤੋਂ ਡਰਦੇ ਸਨ ਨਾ, ਹੁਣ ਕੋਡੇ ਰਕਸ਼ ਦੀ ਸੇਵਾ ਲਈ ਕਹਿੰਦੇ ਪਾਣੀ ਢੋਇਆ ਕਰ ਇਹਨਾਂ ਵਾਸਤੇ, ਉਹਨਾਂ ਵਾਸਤੇ ਪਾਣੀ ਢੋਣ ਵਾਸਤੇ ਲਾ ਦਿੱਤਾ। ਇਸ ਤਰ੍ਹਾਂ ਮਹਾਰਾਜ ਨੇ ਕੋਡੇ ਰਕਸ਼ ਦਾ ਉद्धार ਕੀਤਾ। ਇਸ ਕਰਕੇ ਕਹਿੰਦੇ ਹਨ ਨਾ ਮਹਾਰਾਜ ਜੀ ਐਸੇ ਹਨ ਜੈ ਤੈ ਭਏ ਸਹਾਏ, ਜਿੱਥੇ ਵੀ ਮਹਾਰਾਜ ਜਾਂਦੇ ਹਨ ਉਹ ਸਹਾਇਤਾ ਕਰਦੇ ਹਨ। ਭਾਵੇਂ ਭਾਈ ਮਰਦਾਨਾ ਗੁਰੂ ਨਾਨਕ ਦਾ ਸਾਥ ਛੱਡ ਕੇ ਕਹਿੰਦਾ ਮੈਂ ਚੱਲਿਆ ਕਰਨ ਨੂੰ, ਗੁਰੂ ਨਾਨਕ ਫਿਰ ਵੀ ਉਹਨੂੰ ਜਾ ਕੇ ਬਚਾਉਂਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਅਗਰ ਕਿਤੇ ਆਪਾਂ ਆਪਣਾ ਹੱਥ ਗੁਰੂ ਨਾਨਕ ਦੇ ਹੱਥ ਵਿੱਚ ਫੜਾ ਦਈਏ ਨਾ, ਤਾਂ ਆਪਾਂ ਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਯੂ ਡੋਂਟ ਹੈਵ ਟੂ ਵਰੀ, ਗੁਰੂ ਨਾਨਕ ਸਾਹਿਬ ਮਹਾਰਾਜ ਵਿਲ ਟੇਕ ਕੇਅਰ ਆਫ ਯੂ, ਬਟ ਦ ਓਨਲੀ ਕੰਡੀਸ਼ਨ ਇਜ਼ ਡੀ ਯੂ ਐਕਸੈਪਟ ਗੁਰੂ ਨਾਨਕ ਐਸ ਯੋਰਸ। ਆਪਣਾ ਸਮਝੇ, ਕਿਤੇ ਵੀ ਆਪਣਾ ਸਮਝਿਆ ਗੁਰੂ ਨਾਨਕ ਨੂੰ। ਯਾਦ ਰੱਖਿਓ, ਤੁਸੀਂ ਸਮਝੋ ਚਾਹੇ ਨਾ ਸਮਝੋ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਾਂ ਆਪਾਂ ਨੂੰ ਆਪਣਾ ਸਮਝਿਆ। That's the biggest thing about him। ਉਹ ਆਪਾਂ ਨੂੰ ਆਪਣੇ ਸਮਝਦਾ ਹੈ। ਜਦੋਂ ਕਿਤੋਂ ਵੀ ਆਪਣੀ ਸਹਾਇਤਾ ਉਹ ਕਰਦਾ ਹੈ, ਚਾਹੇ ਤੁਸੀਂ ਮੰਗੋ ਚਾਹੇ ਨਾ ਮੰਗੋ। ਗੁਰੂ ਨਾਨਕ ਐਸਾ ਹੈ ਬਿਕੋਜ਼ ਗੁਰੂ ਨਾਨਕ ਆਪਣੇ ਹਿਰਦੇ ਵਿੱਚ ਵਸਦਾ ਹੈ। Guru Nanak is not an external party that you have to call. No, he's within you. He's part of you. He's the real of you. ਉਹ ਗੁਰੂ ਨਾਨਕ ਹੈ। ਗੁਰੂ ਨਾਨਕ ਆਪਣਾ ਸਰੂਪ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਨੂੰ ਦੁਨੀਆ ਦੇ ਭੁੱਖ ਦਾ ਬੜਾ ਫਿਕਰ ਹੈ। ਵੀ ਦੁਨੀਆ ਵਿੱਚ ਕੋਈ ਵੀ ਜਿਹੜਾ ਦੇਖੋ ਨਾ, ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਹਰ ਇੱਕ ਚੀਜ਼ ਮੁੱਲ ਵਿਕਦੀ ਸੀ। You have to buy everything. Everything you have to buy. ਕੁਝ ਵੀ ਫ੍ਰੀ ਨਹੀਂ ਮਿਲਦਾ। Guru Nanak is the only Guru who brought free kitchen to the world, who brought the essential needs of the people to the world to be given free, which is the right of everyone. Guru Nanak ही ऐसा है। जे कोई दुनिया ਵਿੱਚ ਕਹਿੰਦਾ ਹੈ ਨਾ, ਜੇ ਕਿਤੇ ਹਿਊਮਨ ਰਾਈਟਸ ਕਿਸੇ ਨੇ ਹਿਊਮਨਸ ਨੂੰ ਦਿੱਤੇ ਹਨ ਤਾਂ ਗੁਰੂ ਨਾਨਕ ਨੇ ਦਿੱਤੇ ਹਨ, ਹੋਰ ਕਿਸੇ ਨੇ ਨਹੀਂ ਦਿੱਤੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ 20 ਰੁਪਏ ਲੈ ਕੇ ਆਪਣੇ ਪਿਤਾ ਮਹਿਤਾ ਕਾਲੂ ਨੂੰ ਤੋਂ ਲੈ ਕਰਕੇ ਕਹਿੰਦਾ ਬਿਜ਼ਨਸ ਕਰਨ ਵਾਸਤੇ ਭੇਜਿਆ। ਉੱਥੇ ਸਾਧਾਂ ਨੂੰ ਲਾ ਕੇ ਲੰਗਰ ਛਕਾਇਆ, ਸੱਚਾ ਸੌਦਾ ਕੀਤਾ। ਉਹ 20 ਰੁਪਏ ਦੇ ਨਾਲ ਅੱਜ ਦੁਨੀਆ ਵਿੱਚ ਲੰਗਰ ਚੱਲਦੇ ਨੇ। ਉਹ 20 ਰੁਪਏ ਆਪਾਂ ਆਪਣੀ ਜ਼ਿੰਦਗੀ ਭਰ ਵਿੱਚ ਖਾ ਲਈਏ, ਰਹਿੰਦੀ ਦੁਨੀਆ ਤੱਕ ਇਹ ਲੋਕ ਖਾ ਲੈਣ, ਉਹਨਾਂ ਨੇ ਮੁੱਕਣਾ। ਕਿਉਂਕਿ ਉਹ 20 ਰੁਪਈਆ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਚਿਹਰੇ ਤੇ ਚਪੇੜਾਂ ਵੀ ਖਾਧੀਆਂ। ਪਰ ਉਹ 20 ਰੁਪਈਆ ਵਾਸਤੇ ਆਪਣੇ ਸਾਰਿਆਂ ਦਾ ਅੱਜ ਜੋ ਢਿੱਡ ਭਰਦਾ ਹੈ ਨਾ, ਗੁਰੂ ਨਾਨਕ ਸਾਹਿਬ ਨੂੰ ਧੰਨ ਕਹਿ ਦਿਆ ਕਰੋ। ਮਹਾਰਾਜ ਤੁਹਾਡੇ ਜਿਹੜਾ ਹੈ ਤੁਹਾਡਾ ਦਿੱਤਾ ਹੋਇਆ ਲੰਗਰ ਅੱਜ ਮੈਂ ਖਾ ਕੇ ਮੈਂ ਤ੍ਰਿਪਤ ਹੋਇਆ। ਮਹਾਰਾਜ ਤੁਹਾਡਾ ਦਿੱਤਾ ਹੋਇਆ ਤੇ ਉਹ ਚਪੇੜਿਆਂ ਦੀ ਜਿਹੜੀ ਹੈ ਗੂੰਜ ਕਰਨਾ ਵਿੱਚ ਗੂੰਜਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਇਹ ਚਿਹਰੇ ਤੇ ਤੁਸੀਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੈ ਚਪੇੜਾਂ ਖਾਧੀਆਂ, ਇਨ ਦ ਹੋਲ ਲਾਈਫ ਇੱਕੋ ਵਾਰ ਖਾਧੀਆਂ ਨੇ ਲੰਗਰ ਚਲਾਉਣ ਵਾਸਤੇ। ਕਿਤੇ ਗੁਰੂ ਨਾਨਕ ਸਾਹਿਬ ਦੇ ਕਿਸੇ ਨੇ ਹੱਥ ਨਹੀਂ ਚੁੱਕਿਆ। ਉਹ ਫਰਸਟ ਐਂਡ ਦ ਲਾਸਟ ਟਾਈਮ ਸੀਗਾ ਮਹਿਤਾ ਕਾਲੂ ਨੇ ਹੱਥ ਚੁੱਕਿਆ ਗੁਰੂ ਨਾਨਕ ਦੇ, ਪਹਿਲੀ ਤੇ ਅਖੀਰਲੀ ਵਾਰੀ ਹੈ। ਪਰ ਦੇਖੋ ਅੱਜ ਗੁਰੂ ਨਾਨਕ ਦਾ ਕ੍ਰਿਸ਼ਮਾ ਐਸਾ ਹੈ ਸਾਰੀ ਦੁਨੀਆ ਤੇ। ਗੌਰਮੈਂਟ ਜਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਕੋਲ ਟ੍ਰਿਲੀਅਨ ਹਨ, ਕਿੰਨੇ ਉਹਨਾਂ ਕੋਲ ਮਾਇਆ ਹੈ, ਕੋਈ ਵੀ ਗਵਰਨਮੈਂਟ ਫ੍ਰੀ ਲੰਗਰ ਚਲਾਉਂਦੀ ਹੈ? ਦੱਸੋ ਜੀ, ਹੈਗੀ ਕੋਈ ਗਵਰਨਮੈਂਟ ਜਿਹੜੀ ਫ੍ਰੀ ਲੰਗਰ ਚਲਾਵੇ? ਕਿੰਨੇ ਟ੍ਰਿਲੀਅਨ ਹਨ ਇਹਨਾਂ ਕੋਲ, ਕਿੰਨੀ ਜਾਇਦਾਦ, ਕਿੰਨੇ ਐਸੈਟਸ ਹਨ, ਕੋਈ ਚਲਾ ਸਕਦਾ ਹੈ ਲੰਗਰ? ਕੇਵਲ ਤੇ ਕੇਵਲ ਗੁਰੂ ਨਾਨਕ ਨੇ ਚਲਾਇਆ। ਐਂਡ ਦ ਹੋਲ ਵਰਲਡ, ਇਟਸ ਨਾਟ ਇਨ ਵਨ ਪਲੇਸ। ਐਂਡ ਯੂ ਸਟਾਰਟ ਕਾਊਂਟਿੰਗ ਕਿੰਨੇ ਕੁ ਮਾਇਆ ਦਾ ਲੰਗਰ ਚੱਲਦਾ ਹੈ ਸਾਰੀ ਦੁਨੀਆ ਤੇ। ਕੋਈ ਇਮੇਜਿਨ ਕਰ ਸਕਦਾ? Can you imagine how much money is going to langar every day, every meal around the world? नहीं हो सकता जी। देखो क्रिश्चियंस का राज है, किन्ने मुल्कां ते लंगर चलाया। मुसलमानों का राज है दी दुनिया ते, चलाया लंगर।
नहीं हो सकता। देखो ना, जो तुसी हिस्ट्री पढ़ो ना, राय बुलार गुरु नानक साहब महाराज का जिहड़ा है सच्चा सेवक बनया। दौलत खान जिहड़ा सुल्तानपुर लोधी का सी, जिहदी के मोदी खाना गुरु नानक साहब जी चलाउंदे सन, वो गुरु नानक का सेवक बनया। राजा शिव नाम गुरु नानक का सेवक बनया। दुनिया के किन्ने राजे, किन्ने धनी, किन्ने धनाट बंदे गुरु नानक के सेवक बने, जो अपना राज भी गुरु नानक नूं दिंदे सन, पर उन्हां कोल उन्नी माया नहीं सी जिहड़ी कि गुरु नानक दे कोल पेटा कर सकन। दे फील पुअर। राय बुलार हाथ जोड़ के गुरु नानक नूं कहंदा, मैनूं सेवा दो, क्योंकि मेरे कोल वो चीज है नहीं जिहदे नाल मैं तुहानूं खुश कर सकां। मेरे को उन्नी माया नहीं जिन्नी के मैं दे के तुहानूं खुश कर सका। उन्हां दी माया उन्हां वास्ते घट नजर आउंदी सी, छोटी नजर आउंदी सी जदों गुरु नानक वाल देखते सन। दौलत खां किन्ना वड्डा धनाट, किन्ना धनी सीगा, गुरु नानक कोल आया, उन्हें भी हाथ जोड़ ले, कहता गुरु नानक तेरियां तू जाने। देखो गुरु नानक साहब महाराज ने मोदी खाना चलाया ना, कहते मोदी खाना जिहड़ा सी डेली 500 रुपये का लंगर गुरु नानक फ्री दिंदे सन लोकां नूं। ते वो सारा जिहड़ा सुल्तानपुर सी ना, ओदा जिहड़ा खर्चा सीगा वो सिर्फ 150 रुपीज अ डे। गुरु नानक साहब महाराज डोनेट करते सन 500 रुपीज अ डे। लोगों ने तां जाके कंप्लेन की थी दौलत खान नूं, ये 500 रुपया का लंगर फ्री वंडदा हर रोज, ते तेरी सारी इत्थे खर्चा तेरे स्टेट का 150 रुपीज अ डे है। हिसाब किया, वादा फिर भी निकलिया। देखो गुरु नानक साहब महाराज ने अपनी किरपा का सदका उन्होंने ट्रांसफॉर्म किया, उन्होंने बदलिया, उन्होंने सोच बदली कि माया नालों वड्डा खुदा है, माया नालों वड्डी भी कोई शक्ति है, माया सब कुछ नहीं है। गुरु नानक साहब महाराज को जाइए तो की दोगे तुसी आज? टेल मी, इफ आई गिव यू अ चॉइस, व्हाट डू यू हैव टू ऑफर टू गुरु नानक? टेल मी, की दोगे तुसी? कुछ है अपने कोल देने वास्ते? सिर्फ एक प्यार है गुरु नूं जो तुसी दे सकते हो, और कुछ नहीं दे सकते, क्योंकि गुरु दंदा है, आपां की देना, कुछ है नहीं अपने कोल। ते गुरु नानक साहब सच्चे पातशाह जी ऐसे हन कि महाराज जदों भाई लालो दे घर जाते हैं ना, मलक भागो आंदा है, मलक भागो गुस्सा करता कि मेरे घर क्यों नहीं आए, साकी लम्मियां भी जिस को टच बिग ही आंदा है। मलक भागो नूं हंकार है कि मेरे को बहुत बड़ा घर है, मेरे को बहुत माया है, मैं गुरु नूं चंगा लंगर छका सकदा हां। गुरु नानक नूं उन्हें अरेस्ट करके अपने घर लियांदा, ते गुरु नानक नूं कहंदा मेरा लंगर क्यों नहीं छकिया? गुरु नानक साहब जी कहंदे लंगर लेके आ जा। वो लंगर लेके आया, उधरों भाई लालो नूं कहंदे तू अपनी रोटी चक लिया। गुरु नानक सच्चे पातशाह जी ने उन्हां दा जिहड़ा उन्हां दे पूरे कूड़े सी जिहड़े वो चुक ले हत्थ विच, ते भाई लालो दियां कोदरे दियां रोटियां, कोदरे दियां रोटियां, ग्रेन दियां रोटियां चक के अपने हत्थ विच महाराज ने निचोड़ियां, दुध ते लहू कट के उन्होंने दिखा दिता। मलक भागो पूछण लग्या भी की है? महाराज कहंदे ये तेरी कमाई है लहू वाली, ਇਹਦੀ सच्ची कमाई है दुध वाली। उस वेले गुरु नानक साहब ने एक एग्जाम्पल दिता विच इज वेरी वेरी इंपॉर्टेंट टू अंडरस्टैंड। कहते देखो दो तरह के बीज होंगे ने, कहते देखो सकाम सेवा निष्काम सेवा होंगी है। कई बंदे वो कर्म करते हैं जो लोगों को दिखाते हैं, दे वांट टू शो पीपल दैट दे आर डूइंग समथिंग। द अदर काइंड ऑफ पीपल दे डू थिंग्स बट दे हाइड, दे डोंट वांट टू एक्सपोज देमसेल्फ, दे वांट टू डू इट क्वाइटली। सो ये दो तरह के बंदे होंगे, सकाम ते निष्काम। सो की होया, गुरु नानक साहब महाराज ने मलक भागो नूं कहा, कहते बीज जिहड़ा हुंदा ना सीड नूं जे तुसीं धरती दे उत्ते रख दो, वो सीड जिहड़ा सुक जाएगा, वो उगेगा नहीं, पर जिहड़ा सीड धरती दे अंदर दबाओ वो जिहड़ा है उगदा है। गुरु नानक ने एग्जाम्पल देखो कितना वधिया दिता। जिहड़े सकाम कर्म हैं ना, वो बीज है जिहड़ा आपां उत्ते रखदे हां, विच इज गोइंग टू ड्राई ऑफ। But the nishkam karam that you do with your wholeheartedly, you don't want anybody to know, that will give you fruits, because that's concealed in the soil. ऐसा ही है महाराज का उपदेश। देखो अखां खोलन वाला है, महाराज का उपदेश ऐसा है जो अखां खोल देता है।
ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹੁਣੇ ਜਿਹੜਾ ਹੈ ਕਥਾ ਹੋਈ ਸੀ, ਮਹਾਰਾਜ ਜੀ ਕਾਮਰੂਪ ਦੇਸ਼ ਜਾਂਦੇ ਨੇ। ਉੱਥੇ ਜਾ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਭਾਈ ਮਰਦਾਨਾ ਜਾਂਦਾ ਹੈ, ਭਾਈ ਬਾਲਾ ਜੀ ਤੁਰੇ ਜਾਂਦੇ ਨੇ ਗੁਰੂ ਨਾਨਕ ਦੇ ਪਿੱਛੇ। ਭਾਈ ਬਾਲਾ ਕਹਿੰਦਾ ਮਹਾਰਾਜ ਮੈਨੂੰ ਧਿਆ ਲੱਗੀ ਹੈ ਤੇ ਮੈਨੂੰ ਤ੍ਰੇ ਲੱਗੀ ਹੈ, ਆਈ ਐਮ ਫੀਲਿੰਗ ਟਰਸਟੀ। ਸੋ ਕਹਿੰਦੇ ਮਹਾਰਾਜ ਮੈਂ ਪਾਣੀ ਪੀ ਕੇ ਆ ਜਾਵਾਂ। ਭਾਈ ਬਾਲਾ ਭਾਈ ਮਰਦਾਨਾ ਜੀ ਪਾਣੀ ਪੀਣ ਵਾਸਤੇ ਗਏ। ਹੀ ਐਂਟਰਡ ਟੂ ਅ ਹਾਊਸ ਤੇ ਗੁਰੂ ਨਾਨਕ ਸਾਹਿਬ ਜੀ ਅੱਗੇ ਤੁਰੇ ਗਏ। ਕੀ ਹੁੰਦਾ ਹੈ, ਭਾਈ ਮਰਦਾਨਾ ਜੀ ਅੰਦਰ ਗਏ, ਉਹਨਾਂ ਨੂੰ ਬਿਠਾ ਕੇ ਪਾਣੀ ਦੇਣ ਦੇ ਬਹਾਨੇ ਪਾਣੀ ਰੱਖਿਆ। ਭਾਈ ਮਰਦਾਨਾ ਚੁੱਕਣ ਲੱਗਿਆ ਤੇ ਉਹਨਾਂ ਦੇ ਗਲ ਦੇ ਵਿੱਚ ਤੰਤਰ ਪਾਤਾ। ਤੰਤਰ ਮੀਨਸ ਇਟਸ ਅ ਸਪੈਲ, ਅ ਰਿਟਨ ਸਪੈਲ ਨੂੰ ਤੰਤਰ ਕਹਿੰਦੇ ਆ। ਸੋ ਰਿਟਨ ਸਪੈਲ ਉਹਨਾਂ ਦੇ ਗਲ ਵਿੱਚ ਪਾਤਾ ਤੇ ਉਹਨਾਂ ਨੂੰ ਟਰਾਂਸਫਾਰਮ ਕਰਕੇ ਇੱਕ ਜਿਹੜਾ ਹੈ ਸ਼ਿਪ ਬਣਾ ਦਿੱਤਾ। ਉਹਨਾਂ ਨੂੰ ਇੱਕ ਜਿਹੜਾ ਸ਼ਿਪ ਬਣਾ ਦਿੱਤਾ, ਭੇਡ ਬਣਾ ਦਿੱਤਾ ਤੇ ਭੇਡ ਬਣਾ ਕੇ ਉੱਥੇ ਬਾਹਰ ਡੰਡੇ ਦੇ ਨਾਲ ਉਹਨਾਂ ਨੂੰ ਬੰਨ੍ਹ ਦਿੱਤਾ। ਉਹ ਜਿਹੜਾ ਹੈ ਭਾਈ ਮਰਦਾਨਾ ਉੱਤੇ ਬੈਠਾ ਵਿਚਾਰਾ ਐ ਕਰਨ ਲੱਗਿਆ। ਹੁਣ ਕੀ ਕਰੇ, ਸਾਰਾ ਕੁਝ ਹੈ, ਬੋਲੀ ਵੀ ਬੰਦ ਹੋ ਗਈ, ਸਰੀਰ ਵੀ ਬਦਲ ਗਿਆ। ਹੁਣ ਪਛਤਾਉਂਦਾ ਹੈ ਭਾਈ ਮਰਦਾਨਾ, ਮੈਂ ਗੁਰੂ ਦੀ ਗੱਲ ਸੁਣੇ ਲੈਣੀ ਸੀ, ਮੈਂ ਨਹੀਂ ਪਾਣੀ ਪੀਣ ਵਾਸਤੇ ਆਉਣਾ ਸੀ। ਗੁਰੂ ਨਾਨਕ ਸਾਹਿਬ ਜੀ ਬੈਠੇ ਬੈਠੇ ਉਸ ਤੋਂ ਜਿਹੜਾ 48 ਮਿੰਟਸ ਤੋਂ ਬਾਅਦ ਮਹਾਰਾਜ ਜੀ ਉੱਠ ਕੇ ਆਏ। ਆ ਕਰਕੇ ਉਹੀ ਗਲੀ ਵਿੱਚ ਆ ਗਏ। ਐਂਡ ਦ ਲੇਡੀ ਹੂ ਡਿਡ ਦਿਸ ਟੂ ਭਾਈ ਮਰਦਾਨਾ, ਸ਼ੀ ਕੇਮ ਵਿਦ ਅ ਪਿਚਰ ਆਫ ਵਾਟਰ। ਇੱਕ ਜਿਹੜਾ ਗੜਵਾ, ਵੱਡਾ ਗੜਵਾ ਜਿਹੜਾ ਪਾਣੀ ਦਾ ਸਿਰ ਤੇ ਰੱਖ ਕੇ ਉਹ ਪਾਣੀ ਲੈ ਕੇ ਵਾਪਸ ਆਈ। ਤੇ ਆ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਨੇ ਦੇਖਿਆ, ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਵੀ ਇਹੀ ਹੈ ਜਿਹਨੇ ਭਾਈ ਮਰਦਾਨੇ ਨੂੰ ਭੇਡ ਬਣਾਇਆ। ਕੀ ਹੋਇਆ ਜੀ, ਗੁਰੂ ਨਾਨਕ ਉਹਨੂੰ ਪੁੱਛਦਾ ਹੈ ਕਿ ਮੇਰਾ ਸੇਵਕ ਇੱਥੇ ਆਇਆ ਸੀ, ਤੂੰ ਦੇਖਿਆ? ਕਹਿੰਦੀ ਕੋਈ ਨਹੀਂ ਦੇਖਿਆ। ਕਹਿੰਦੀ ਤੁਸੀਂ ਮੇਰੇ ਘਰ ਜਾ ਕੇ ਦੇਖ ਲਓ, ਤਲਾਸ਼ੀ ਲੈ ਲਓ, ਕਿਉਂਕਿ ਤੁਹਾਨੂੰ ਪਤਾ ਸੀਗਾ ਵੀ ਭੇਡ ਬਣਿਆ ਹੋਇਆ, ਕਿਹਨੇ ਪਹਿਚਾਨਣਾ। ਸੋ ਕੀ ਹੁੰਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖੜੇ, ਭਾਈ ਮਰਦਾਨਾ ਉੱਥੇ ਜਿਹੜਾ ਕਰਨ ਲੱਗਿਆ ਤੇ ਗੁਰੂ ਨਾਨਕ ਸਾਹਿਬ ਦੇ ਕੰਨਾਂ ਵਿੱਚ ਆਵਾਜ਼ ਪਈ। ਮਹਾਰਾਜ ਕਹਿੰਦੇ ਝੂਠ ਕਿਉਂ ਬੋਲਦੀ ਹੈ, ਮੇਰਾ ਜਿਹੜਾ ਸੇਵਕ ਇੱਥੇ ਹੀ ਹੈ। ਤੇ ਮਹਾਰਾਜ ਨੇ ਬਚਨ ਕੀਤਾ, ਕਹਿੰਦਾ ਜਿਹੜਾ ਹੈ ਤੂੰ ਜਿਹੜੀ ਹੈ ਐਸੇ ਭੈੜੇ ਕਰਮ ਕਰਨ ਵਾਲੀ, ਜਿਹੜੇ ਪਰਮੇਸ਼ਰ ਤੋਂ ਨਹੀਂ ਡਰਦੇ, ਪਰਮੇਸ਼ਰ ਫਿਰ ਉਹਨਾਂ ਤੋਂ ਮੁਨਕਰ ਹੋ ਜਾਂਦੇ ਨੇ, ਪਰਮੇਸ਼ਰ ਤੋਂ ਉਹ ਦੂਰ ਰਹਿੰਦੇ ਨੇ। ਇਹ ਕਹਿੰਦਿਆਂ ਸਾਰ ਕੀ ਹੋਇਆ, ਉਹਦਾ ਘੜਾ ਜੁੜ ਗਿਆ ਸਾਡੇ ਨਾਲ। ਨਾਓ ਸ਼ੀ ਕੈਨੋਟ ਟੇਕ ਅਵੇ ਦ ਘੜਾ ਫਰਮ ਦ ਹਿੱਟ। ਤੇ ਭਾਈ ਮਰਦਾਨੇ ਕੋਲ ਜਾ ਕੇ ਗੁਰੂ ਨਾਨਕ ਸਾਹਿਬ ਜੀ ਖੜ ਗਏ, ਜਿਹੜਾ ਹਜੇ ਭੇਡ ਬਣਿਆ ਹੋਇਆ, ਤੇ ਉਹਨੂੰ ਕੋਲ ਖੜ ਕੇ ਮਾਰ ਕਹਿੰਦੇ ਬੋਲੋ ਵਾਹਿਗੁਰੂ। ਵਾਹਿਗੁਰੂ ਕਹਿਣ ਦੇ ਨਾਲ ਉਹ ਫਿਰ ਮੁੜ ਕੇ ਭਾਈ ਮਰਦਾਨਾ ਬਣ ਗਿਆ, ਨੋ ਇਸ਼ੂਜ਼। ਪਰ ਹੁਣ ਪ੍ਰੋਬਲਮ ਕੀ ਹੋ ਗਿਆ, ਇਹ ਲੇਡੀ ਦਾ ਘੜਾ ਸਿਰ ਤੋਂ ਨਹੀਂ ਉਤਰਦਾ। ਬੜਾ ਟਰਾਈ ਕੀਤਾ ਉਹਨਾਂ ਨੇ, ਜੰਤਰ ਮੰਤਰ ਕੀਤੇ, ਤੰਤਰ ਕੀਤੇ, ਸਾਰੇ ਆਏ। ਫਿਰ ਜਿਹੜੀ ਨੂਰ ਸ਼ਾਹ ਸੀ ਉਸ ਥਾਂ ਦੀ ਰਾਜਾ ਸੀਗੀ, ਸਾਰੇ ਜਿਹੜੇ ਵਿਚਕਰਾਫਟ ਦੀ ਵੱਡੀ ਸੀ, ਉਹਨੂੰ ਪਤਾ ਲੱਗਿਆ। ਉਹਨੇ ਜਿਹੜਾ ਹੈ ਆਪਣੀਆਂ ਖਾਸ ਸੀਨੀਅਰ ਵਿੱਚ ਜਿਹੜੀਆਂ ਸਨ ਉਹ ਭੇਜੀਆਂ। ਕੋਈ ਕੰਧ ਤੇ ਆਇਆ, ਕੋਈ ਵੱਡੇ ਵੱਡੇ ਦਰਖਤਾਂ ਤੇ ਚੜ ਕੇ ਆਇਆ, ਕੋਈ ਕੁਛ ਹੋਇਆ, ਸਭ ਕੁਛ ਕੀਤਾ ਉਹਨਾਂ ਨੇ। ਪਰ ਕੀ ਹੋਇਆ, ਕਿਸੇ ਕੋਲ ਵੀ ਉਹ ਘੜਾ ਲੱਥਿਆ। ਨੂਰ ਸ਼ਾਹ ਆਪ ਗਈ, ਆਪ ਟਰਾਈ ਕੀਤਾ, ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਦੇ ਅਖੀਰ ਚਰਨਾਂ ਤੇ ਆ ਕੇ ਡਿੱਗੀ ਨੂਰ ਸ਼ਾਹ। ਨੂਰ ਸ਼ਾਹ ਕਹਿੰਦੀ ਮਹਾਰਾਜ ਬਖਸ਼ ਲਓ। ਉਹ ਵਿਚਾਰੀ ਦਾ ਘੜਾ ਸਿਰ ਦੇ ਉੱਤੇ ਜੁੜਿਆ ਹੋਇਆ, ਵਿੱਚ ਪਾਣੀ ਵੀ ਨਹੀਂ ਡੁੱਲਦਾ, ਕੁਝ ਨਹੀਂ ਹੁੰਦਾ, ਉਹਦੀ ਗਰਦਨ ਆਏ ਹੋਈ ਪਈ, ਵਿਚਾਰੀ ਬੁਰੇ ਹਾਲ, ਹਾਏ ਹਾਏ ਕਰਦੀ, ਵਿਚਾਰੀ ਦੁਖੀ ਹੋਈ। ਹਾਂਜੀ, ਸੋ ਆ ਕੇ ਮੁਆਫੀਆਂ ਮੰਗਦੀਆਂ ਨੇ ਗੁਰੂ ਨਾਨਕ ਤੋਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਘੜਾ ਤਾਰਨਾ ਸੀ ਨਾ, ਮਹਾਰਾਜ ਨੇ ਇੱਕੋ ਗੱਲ ਕਹੀ, ਕਹੋ ਵਾਹਿਗੁਰੂ। ਵਾਹਿਗੁਰੂ ਕਿਹਾ, ਘੜਾ ਉਤਰ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆ ਦੇ ਜੰਤਰ ਮੰਤਰ ਤੰਤਰ ਜਿੰਨੇ ਹਨ, ਇੱਕ ਮੰਤਰ ਨਾਲ ਫੇਲ ਕਰਦੇ, ਵਾਹਿਗੁਰੂ। that is the power of ਵਾਹਿਗੁਰੂ। ਵਾਹਿਗੁਰੂ ਮੰਤਰ ਦਾ ਇੰਨਾ ਪਾਵਰ ਹੈ ਕਿ ਕੋਈ ਵੀ ਸਪੈਲ ਤੁਹਾਡੇ ਉੱਤੇ ਚੱਲ ਨਹੀਂ ਸਕਦਾ, ਕੋਈ ਵੀ ਜਿਹੜਾ ਈਵਲ ਪਾਵਰ ਤੁਹਾਡੇ ਚੱਲ ਨਹੀਂ ਸਕਦਾ ਜੇ ਤੁਹਾਡੇ ਹਿਰਦੇ ਵਿੱਚ ਵਾਹਿਗੁਰੂ ਹੈ। ਗੁਰੂ ਨਾਨਕ ਦਾ ਮੰਤਰ ਹੈ। and why this mantra is so powerful? because it's given to you by Guru Nanak. remember this. ਗੁਰੂ ਨਾਨਕ ਦਾ ਇਹ ਮੰਤਰ ਬਹੁਤ ਸਟਰੋਂਗ ਹੈ। ਜੇ ਕੋਈ ਕਹਿੰਦਾ ਨਾ ਕੋਈ ਮੰਤਰ ਹੈਗਾ, ਕੋਈ ਮੰਤਰ ਹੈਗਾ, ਪਰ ਇਹਦੇ ਨਾਲੋਂ ਵੱਡਾ ਮੰਤਰ ਕੋਈ ਨਹੀਂ ਹੈਗਾ। ਇਹੀ ਸਭ ਤੋਂ ਵੱਡਾ ਮੰਤਰ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਨੂਰ ਸ਼ਾਹ ਫਿਰ ਆ ਕੇ ਸੇਵਕ ਬਣੀ, ਤੇ ਸੇਵਕ ਬਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਲੰਗਰ ਲੈ ਕੇ ਆਏ। ਕਹਿੰਦੀ ਮਹਾਰਾਜ ਮੈਂ ਲੰਗਰ ਛਕ ਲਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਾਪਾਂ ਦੀ ਕਮਾਈ ਹੈ। ਯੂ ਹੈਵ ਅਰਨਡ ਦਿਸ ਮਨੀ ਫਰਮ ਯੋਰ ਸਿਨਸ, ਆਈ ਐਮ ਨਾਟ ਗੋਇੰ ਟੂ ਟੇਕ ਦਿਸ। ਕਹਿੰਦੇ ਸੱਚੇ ਦਸਾਂ ਨੋਹਾਂ ਦੀ ਕਿਰਤ ਕਰਕੇ ਲੈ ਕੇ ਆ ਤਾਂ ਅਸੀਂ ਛਕਾਂਗੇ ਲੰਗਰ। ਨੂਰ ਸ਼ਾਹ ਵੈਨ
she did labor for one day. ਉਹਨੇ ਲੇਬਰ ਦਾ ਕੰਮ ਕੀਤਾ, 10 ਨੋਆਂ ਦੀ ਕਿਰਤ ਕਮਾ ਕੇ ਸਿਰਫ ਉਹਦੇ ਕੋਲ 2 ਰੋਟੀਆਂ ਪੱਕੀਆਂ ਤੇ ਥੋੜੀ ਜੀ ਦਾਲ ਬਣੀ, ਉਹ ਲਿਆ ਕੇ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਮਹਾਰਾਜ ਦੇ ਸਾਹਮਣੇ ਰੱਖੀ, ਤਾਂ ਮਹਾਰਾਜ ਨੇ ਛਕੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਾਮਰੂਪ ਦੇਸ਼ ਵਿੱਚ ਕੀ ਕੀਤਾ, ਧਰਮਸਾਲ ਬਣਵਾ ਦਿੱਤੀ ਵੀ ਇੱਥੇ ਨਾਮ ਜਪਿਆ ਕਰੋ, ਆਉਂਦੇ ਜਾਂਦੇ ਬੰਦਿਆਂ ਦੀ ਸੇਵਾ ਕਰਿਆ ਕਰੋ। See, these are the qualities of human. If we don't do this, then what is the difference between us and animals? ਅੱਜ ਜਿਹੜੀ ਸਟੇਟ ਵਿੱਚ ਹਿਊਮਨ ਜਾ ਰਿਹਾ ਨਾ, is worse than animal, worse than animal. ਕਿੰਨੇ ਕਰਮ ਹਨ ਜਿਹੜੇ ਗੰਦੇ ਬੰਦੇ ਕਰਦੇ ਹਨ, ਜਿਹੜੇ ਜਾਨਵਰ ਵੀ ਨਹੀਂ ਕਰਦੇ। ਏਡੇ ਭੈੜੇ ਹੋ ਗਏ, ਆਪਣੇ ਖਿਆਲ ਅੱਡੇ ਭੈੜੇ ਹੋ ਗਏ ਹਨ। We are worse than the worst you can think of. ਪਰ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਕੁਆਲਿਟੀਆਂ ਦੱਸੀਆਂ ਨੇ ਵੀ ਹਿਊਮਨ ਬਣਨਾ ਕੀ ਹੈ, ਹਿਊਮਨ ਦੀਆਂ ਕੁਆਲਿਟੀਆਂ ਕੀ ਨੇ। ਬੇਸਿਕ ਕੁਆਲਿਟੀਆਂ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀਆਂ, ਜਿਵੇਂ ਵਲੀ ਕੰਧਾਰੀ ਸੀ। ਵਲੀ ਕੰਧਾਰੀ ਜਿੱਥੇ ਅੱਜ ਪੰਜਾ ਸਾਹਿਬ ਹੈ ਪਾਕਿਸਤਾਨ ਵਿੱਚ, ਸੋ ਉੱਥੇ ਜਿਹੜਾ ਹੈ ਭਾਈ ਮਰਦਾਨਾ ਜੀ ਆਏ ਗੁਰੂ ਨਾਨਕ ਮਹਾਰਾਜ ਕੋਲ, ਮਹਾਰਾਜ ਮੈਨੂੰ ਤਰੇ ਲੱਗੀ ਹੈ, ਫਿਰ ਪਿਆਸ ਲੱਗੀ ਭਾਈ ਮਰਦਾਨੇ ਨੂੰ। ਇਹ ਸਾਰੀ ਗੁਰੂ ਨਾਨਕ ਦੀ ਖੇਡ ਹੈ ਨਾ। ਸੋ ਕਹਿੰਦਾ ਤਰੇ ਲੱਗੀ ਹੈ, ਮਹਾਰਾਜ ਕਹਿੰਦੇ ਆ ਉੱਤੇ ਵਲੀ ਕੰਧਾਰੀ ਦੀ ਪਹਾੜੀ ਹੈ, ਇਹਦੇ ਕੋਲ ਪਾਣੀ ਹੈਗਾ। ਉਹਨੇ ਪਾਣੀ ਥੋੜਾ ਜਿਹਾ ਜਮਾ ਕੀਤਾ ਹੋਇਆ ਹੈ। ਇਫ ਯੂ ਹੈਵ ਬੀਨ ਟੂ ਹਸਨ ਅਬਦਲ ਯੂ ਵਿਲ ਨੋ ਦੈਟ ਉੱਥੇ ਪਾਣੀ ਹੈ ਨਹੀਂ, ਪਹਾੜ ਨੇ ਸਾਰੇ ਪਾਸੇ। ਸੋ ਕੀ ਹੋਇਆ ਜੀ, ਉਹਨੇ ਥੋੜਾ ਜਿਹਾ ਪਾਣੀ ਆਪਣੀ ਸ਼ਕਤੀ ਦੇ ਨਾਲ ਨਾ, ਹੀ ਹੈ ਸਮਕਰਾਮਾਤਾਂ ਵਿਥ ਹਿਮ, ਉਹਨੇ ਇੱਕ ਪਾਣੀ ਰੋਕ ਕੇ ਰੱਖਿਆ ਹੋਇਆ ਸੀਗਾ ਆਪਣੇ ਵਾਸਤੇ। ਸੋ ਭਾਈ ਮਰਦਾਨਾ ਉੱਤੇ ਚੜਦਾ, ਵਲੀ ਕੰਧਾਰੀ ਨੂੰ ਕਹਿੰਦਾ ਮੈਂ ਪਾਣੀ ਪੀਣਾ ਹੈ। ਕਹਿੰਦਾ ਤੂੰ, ਤੇਰਾ ਗੁਰੂ ਕੌਣ ਆ, ਤੂੰ ਕਿਹਦੇ ਨਾਲ ਰਹਿੰਦਾ? ਕਹਿੰਦਾ ਨਾਨਕ। ਕਹਿੰਦਾ ਤੂੰ ਕਾਫਿਰ ਨੂੰ ਗੁਰੂ ਬਣਾਇਆ, ਤੈਨੂੰ ਪਾਣੀ ਨਹੀਂ ਦੇਣਾ। ਮੋੜਤਾ ਜੀ, ਗੁਰੂ ਨਾਨਕ ਕੋਲ ਆਇਆ। ਮਹਾਰਾਜ ਕਹਿੰਦੇ ਮਰਦਾਨਿਆ ਫੇਰ ਜਾ, ਇੱਕ ਵਾਰੀ ਫੇਰ ਪੁੱਛ ਲਾ। ਭਾਈ ਮਰਦਾਨਾ ਯੂ ਨੋ ਦ ਪਹਾੜੀ ਤੇ ਨੇ, ਤੁਸੀਂ ਗਏ ਪੰਜਾ ਸਾਹਿਬ, ਪਹਾੜੀ ਦੇਖੋ ਕਿੱਡੀ ਉੱਚੀ ਆ, ਕੋਈ ਛੋਟੀ ਨਹੀਂ। ਭਾਈ ਮਰਦਾਨਾ ਮਸਟ ਬੀ ਵੈਰੀ ਫਿਟ, ਆਪਣੇ ਵਰਗਾ ਹੁੰਦਾ ਫਸਟ ਰਾਉਂਡ 'ਚ ਉੱਥੇ ਢਹਿ ਪੈਣਾ ਸੀ, ਕਿਤੇ ਡਿੱਗ ਪੈਣਾ ਸੀ ਪਹਾੜੀ ਤੋਂ। ਹਾਂਜੀ, ਭਾਈ ਮਰਦਾਨਾ ਤਾਂ ਫਿਰ ਵੀ ਤਕੜਾ ਸੀ। ਆਈ ਥਿੰਕ ਇਜ਼ ਕੁਆਇਟ ਫਿਟ ਇਨ ਹਿਸ ਫਸਟ ਰਾਉਂਡ। ਸੋ ਦੂਜੀ ਵਾਰੀ ਫੇਰ ਚੜਿਆ ਭਾਈ ਮਰਦਾਨਾ, ਜਾ ਕੇ ਵਲੀ ਕੰਧਾਰੀ ਨੂੰ ਕਿਹਾ, ਕਹਿੰਦਾ ਵੀ ਪਾਣੀ ਤਾਂ ਸਾਰੇ ਦਾ ਸਾਂਝਾ ਹੁੰਦਾ ਹੈ, ਤੂੰ ਕਿਉਂ, ਕਹਿੰਦਾ ਤੂੰ ਮੈਨੂੰ ਕਿਉਂ ਸਿਖਾਉਣਾ, ਹੂ ਆਰ ਯੂ ਟੂ ਟੀਚ ਮੀ, ਹੈ ਕਹਿੰਦਾ ਤੂੰ ਜਾਣਾ ਕਿ ਨਹੀਂ, ਤੈਨੂੰ ਸੱਟਾਂ ਥੱਲੇ। ਤੇ ਮਰਦਾਨਾ ਫੇਰ ਚਲਿਆ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆਇਆ, ਮਹਾਰਾਜ ਨੇ ਤੀਜੀ ਵਾਰੀ ਫੇਰ ਭੇਜਿਆ ਇਹਨੂੰ। ਜੇ ਆਪਾਂ ਨੂੰ ਗੁਰੂ ਨਾਨਕ ਸਾਹਿਬ ਜੀ ਤੀਜੀ ਵਾਰੀ ਭੇਜ, ਆਪਾਂ ਕੀ ਕਰਨਾ ਸੀ? ਕੀ ਕਰਨਾ ਸੀ? ਸੋਚ ਕੇ ਦੇਖੋ ਨਾ। ਕਈ ਵਾਰੀ ਭਾਈ ਮਰਦਾਨੇ ਨੂੰ ਨਾ ਆਪਾਂ ਕਹਿ ਦਿੰਦੇ ਆ ਵੀ ਹਾਂ, ਪਰ ਭਾਈ ਮਰਦਾਨੇ ਨੇ ਜਿੰਨੀ ਘਾਲਨਾ ਭਾਈ ਮਰਦਾਨੇ ਨੇ ਕੀਤੀ ਨਾ, ਉਹ ਕੋਈ ਨਹੀਂ ਕਰ ਸਕਦਾ। ਕੌਣ ਚੱਲੇ ਗੁਰੂ ਕੀ ਚਾਲਾ, ਕੌਣ ਚੱਲਦਾ ਹੈ ਜੀ ਗੁਰੂ ਦੀ ਚਾਲ। ਤੋ ਭਾਈ ਮਰਦਾਨਾ ਤੀਜੀ ਵਾਰੀ ਫੇਰ ਗਿਆ, ਜਾ ਕੇ ਪੁੱਛਿਆ, ਫੇਰ ਨਾ ਉਹਨੇ ਪਾਣੀ ਦਿੱਤਾ। ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ। ਮਹਾਰਾਜ ਨੇ ਕੀ ਕੀਤਾ, ਮਹਾਰਾਜ ਜਿੱਥੇ ਬੈਠੇ ਸੀ ਨਾ, ਇੱਕ ਛੋਟਾ ਜਿਹਾ ਪੱਥਰ ਹੈ ਨਾ, ਸਮਾਲ ਸਟੋਨ, ਮਹਾਰਾਜ ਨੇ ਚੱਕ ਕੇ ਪਾਸੇ ਕੀਤਾ, ਪਾਣੀ ਆ ਗਿਆ। ਤੇ ਪਾਣੀ ਜਿਹੜਾ ਆਇਆ ਵਲੀ ਕੰਧਾਰੀ ਵਾਲਾ, ਉਹਦਾ ਪੌਣ ਖਾਲੀ ਹੁੰਦਾ ਜਾਂਦਾ, ਪਾਣੀ ਸਾਰਾ ਥੱਲੇ ਆ ਗਿਆ। ਉਹਨੇ ਗੁੱਸਾ ਕੀਤਾ, ਵਲੀ ਕੰਧਾਰੀ ਨੂੰ ਗੁੱਸਾ ਚੜਿਆ। ਉਹਨੇ ਕਿਉਂਕਿ ਮਿਰਕਲ ਤਾਂ ਉਹਦੇ ਕੋਲ ਹੈਗੇ ਸੀਗੇ, ਉਹਨੇ ਇੱਕ ਵੱਡਾ ਰੌਕ, ਵੈਰੀ ਬਿਗ ਰੌਕ, ਉਹਨੇ ਚੱਕ ਕੇ ਥੱਲੇ ਸੱਟਿਆ। ਉਹ ਡਾਇਰੈਕਟਲੀ ਵਾਸ ਕਮਿੰਗ ਔਨ ਗੁਰੂ ਨਾਨਕ's ਹੈਡ, ਸਿੱਧਾ ਮਹਾਰਾਜ ਦੇ ਜਿਹੜਾ ਹੰਸ ਸੀਸ ਤੇ ਆ ਰਿਹਾ ਸੀਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਰਹੇ। ਭਾਈ ਮਰਦਾਨਾ ਕਹਿੰਦਾ ਮਹਾਰਾਜ ਆ ਗਿਆ। ਮਹਾਰਾਜ ਚੁੱਪ ਕਰਕੇ ਬੈਠੇ ਰਹੇ, ਕਹਿੰਦੇ ਮਰਦਾਨੇ ਕੋਈ ਨਹੀਂ ਆਉਣ ਦੇ। ਜਦੋਂ ਆਇਆ ਮਹਾਰਾਜ ਨੇ ਸਿਰ ਪਿੱਟ ਕਰਕੇ ਬਸ ਆਹੀ ਲੋੜ ਸੀ, ਬਸ ਉੱਥੇ ਪੱਥਰ ਖੜ ਗਿਆ ਤੇ ਅੱਜ ਤੱਕ ਵੀ ਉੱਥੇ ਹੀ ਖੜਾ ਤੇ ਮਹਾਰਾਜ ਦਾ ਪੰਜਾ ਵੀ ਵਿੱਚ ਲੱਗ ਗਿਆ। ਹੁਣ ਦੇਖੋ ਸਟੋਰੀ ਜਿਹੜੀ ਹੈ ਐਸੀ ਹੈ ਕਿ ਵਲੀ ਕੰਧਾਰੀ ਜਿਹੜਾ ਹੈ ਉਹ ਬੜੇ ਗੁੱਸੇ ਨਾਲ ਥੱਲੇ ਆਇਆ, ਉਹਨੇ ਬੜੀਆਂ ਕਰਾਮਾਤਾਂ ਵਰਤੀਆਂ ਗੁਰੂ ਨਾਨਕ ਤੇ, ਕੋਈ ਨਾ ਚੱਲੀ। ਅਖੀਰਕਾਰ ਗੁਰੂ ਨਾਨਕ ਦੇ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਮਾਫ ਕਰ ਦਿਓ। ਪਰ ਅੱਜ ਤੱਕ ਦ ਪਾਣੀ ਡਸਨਟ ਗੋ ਅਪ। ਮਹਾਰਾਜ ਨੇ ਉਹ ਪਾਣੀ ਵਲੀ ਕੰਧਾਰੀ ਦੀ ਪਹਾੜੀ ਤੋਂ ਥੱਲੇ ਲਿਆਂਦਾ ਤੇ ਉਹ ਪਾਣੀ ਅੱਜ ਤੱਕ ਉੱਤੇ ਨਹੀਂ ਜਾਂਦਾ। ਜਿਹੜੀ ਹੈ ਉਹਨਾਂ ਨੇ ਪੰਪ ਲਾ ਕੇ ਦੇਖ ਲਏ, ਜਿੰਨੇ ਮਰਜ਼ੀ ਕਰ ਲਿਆ ਕੰਮ, ਉਹ ਪਾਣੀ ਉੱਤੇ ਨਹੀਂ ਜਾਂਦਾ, ਉਹ ਪਾਣੀ ਥੱਲੇ ਹੈ। ਐਂਡ ਯੂ ਨੋ ਹਾਊ ਦ ਪਾਣੀ ਇਜ਼ ਗਸ਼ਿੰਗ ਆਊਟ, ਫਰਮ ਵੇਅਰ ਦ ਵਾਟਰ ਇਜ਼ ਕਮਿੰਗ। ਕੀ ਕਹੋਗੇ ਤੁਸੀਂ ਇਸ ਨੂੰ? ਕਿਹੜੀ ਹਾਈਡਰੋਲੋਜੀ ਵਰਤੋਗੇ ਤੁਸੀਂ ਹੁਣ ਇਹ ਕੰਮ ਦੇ ਵਿੱਚ? ਲੱਭਣ ਨੂੰ ਵੀ ਪਾਣੀ ਕਿੱਥੋਂ ਆ ਰਿਹਾ? gushing of water, you know, and how many years already since Guru Nanak to ਅੱਜ ਤੱਕ ਕਿੰਨੇ ਲੀਟਰ ਪਾਣੀ comes in 1 second, one day ਕਿੰਨੇ ਮਿਲੀਅਨ ਗੈਲਨਸ ਆ ਰਿਹਾ ਜੀ ਉੱਥੋਂ।
ਸਰੋਵਰ ਭਰ ਜਾਂਦਾ ਐਂਡ ਦੈਨ ਬਿਲੀਵ ਇਨ ਨॉट ਸਾਰਾ ਹਸਨ ਅਬਦਲ ਉਹੀ ਪਾਣੀ ਤੇ ਸਰਵਾਈਵ ਹੁੰਦਾ। ਇਹ ਆ ਗੁਰੂ ਨਾਨਕ ਦੀ ਦੇਣ। ਦਿਸ ਇਜ਼ ਹਾਊ ਗੁਰੂ ਨਾਨਕ ਚੇਂਜ। ਬਿਕੋਜ਼ ਜਿਹੜੇ ਹੰਕਾਰੀ ਹੁੰਦੇ ਨਾ ਉਹਨਾਂ ਦਾ ਇਲਾਜ ਕੀ ਹੁੰਦਾ ਹੈ? ਉਹਨਾਂ ਦਾ ਹੰਕਾਰ ਤੋੜਨਾ ਪੈਂਦਾ ਹੈ। And some people very conveniently they will come and say Guru Nanak never did any miracle। मैं क्या क्यों नहीं? ਮਿਰਾਕਲ ਜਾਂ ਨਹੀਂ ਮਿਰਾਕਲ ਜਾਂ ਉਹਦਾ ਨਾ ਤੁਸੀਂ ਮਿਰਾਕਲ ਲਾਉਣਾ ਜਾਂ ਕੌਤਕ ਲਾਉਣਾ ਉਹ ਤੁਹਾਡੀ ਮਰਜ਼ੀ ਹੈ, ਪਰ ਗੁਰੂ ਨਾਨਕ ਦੇ ਹੱਥ ਵਿੱਚ ਸਭ ਕੁਝ ਹੈ। ਡੂ ਯੂ ਥਿੰਕ ਦ ਹੋਲ ਵਰਲਡ ਵਿਲ ਬਾਉ ਟੂ ਹਿਮ ਇਫ ਗੁਰੂ ਨਾਨਕ ਡਿਡ ਨਾਟ ਬ੍ਰੇਕ देयर ਹੰਕਾਰ? सोच के देखो ना, गल्लां करनियां बहुत सौखियां घर बैठ के। तुसीं अपने गुआंढी नूं मना के देख लो, who is staying with you for years, ਉਹਦੇ ਨਾਲ ਗੱਲ ਕਰਕੇ ਦੇਖੋ ਨਾ। ਉਹ ਜੇ ਰੱਬ ਨੂੰ ਮੰਨਣ ਲੱਗ ਜਾਵੇ ਤੁਹਾਡੀ ਗੱਲ ਸੁਣ ਕੇ, ਚਲੋ ਉਹ ਵੀ ਛੱਡੋ, ਆਪਣੀ ਘਰ ਵਾਲੀ ਨੂੰ ਮਨਾ ਕੇ ਦਿਖਾ ਦਿਓ। ਮੈਂ ਬਹੁਤਾ ਦੂਰ ਨਹੀਂ ਜਾਂਦਾ। ਹਾਂਜੀ, ਉੱਥੇ ਵੀ ਆਪਾਂ ਨੂੰ ਪ੍ਰੋਬਲਮ ਹੁੰਦੇ ਨੇ। ਹਾਂ, ਬੱਚਿਆਂ ਨੂੰ ਸਮਝਾ ਕੇ ਦੇਖ ਲਓ। ਗੁਰੂ ਨਾਨਕ ਨੇ ਤਾਂ ਸਾਰੀ ਦੁਨੀਆ ਨੂੰ ਸਮਝਾ ਦਿੱਤਾ। ਗੁਰੂ ਨਾਨਕ ਨੇ ਸਾਰੀ ਦੁਨੀਆ ਨੂੰ ਪਰਮਾਤਮਾ ਨਾਲ ਜੋੜ ਦਿੱਤਾ। ਆਪਾਂ ਤਾਂ ਜਿਹੜਾ ਇੱਥੇ ਬੈਠੇ ਵਿਚਾਰੇ, ਹਾਂਜੀ ਇਹ ਗੱਲਾਂ ਕਰ ਲੀਆਂ, ਉਹ ਗੱਲਾਂ ਕਰ ਲੀਆਂ, ਵੈਰੀ ਕਨਵੀਨੀਐਂਟਲੀ, ਹਾਂਜੀ ਆਈ ਡੋਨਟ ਥਿੰਕ ਲਾਈਕ ਦੈਟ, ਇਟਸ ਲਾਈਕ ਦੈਟ, ਹਾਂਜੀ ਹਾਂਜੀ ਹਾਂਜੀ। ਜਦੋਂ ਸਿਰ ਤੇ ਡੰਡੇ ਪੈਂਦੇ ਨੇ ਉਦੋਂ ਪਤਾ ਲੱਗਦਾ ਅਸਲੀਅਤ ਦਾ ਵੀ ਅਸਲੀਅਤ ਕੀ ਹੁੰਦੀ ਹੈ, ਵਾਟ ਇਜ਼ ਦ ਟਰੂਥ। ਹੁਣ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਧਾਂ ਨਾਲ ਜਿਹੜਾ ਹਨ ਚਰਚਾ ਕੀਤੀ ਮਹਾਰਾਜ ਨੇ। ਹੁਣ ਜਿਹੜੇ ਸਿੱਧ ਲੋਕ ਸਨ ਨਾ, ਇਹ ਬਹੁਤ ਪਾਵਰਫੁਲ ਲੋਕ ਸਨ ਤੇ ਕਹਿੰਦੇ ਇਹਨਾਂ ਨੇ ਮਹਾਰਾਜ ਨਾਲ ਬਹੁਤ ਕਰਾਮਾਤਾਂ ਖੇਡੀਆਂ। ਹੁਣ ਇੱਥੇ ਦੇਖੋ ਨਾ, ਕਹਿੰਦੇ ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁਖੋਂ ਅਲਾਈ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਬਾਜੋ ਸੱਚੇ ਨਾਮ ਤੇ ਹੋਰ ਕਰਾਮਾਤ ਅਸਾਂ ਤੇ ਹਾਨੀ। ਮਹਾਰਾਜ ਕਹਿੰਦੇ ਸੱਚਾ ਨਾਮ ਹੀ ਇੱਕ ਕਰਾਮਾਤ ਹੈ, ਬਾਕੀ ਸਭ ਕੁਝ ਹੀ ਝੂਠਾ ਹੈ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਚਲ ਬਟਾਲੇ ਸਿੱਧ ਆਏ ਤੇ ਉਹਨਾਂ ਨੇ ਕੀ ਕੀਤਾ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਹੁਣ ਅਸੀਂ ਹਾਈਡ ਐਂਡ ਸੀਕ ਖੇਡੀਏ। ਦੇਖੋ ਹਾਈਡ ਐਂਡ ਸੀਕ ਸਿਰਫ ਆਪਾਂ ਬੱਚੇ ਸਮੇਂ ਨਹੀਂ ਖੇਡਦੇ ਰਹੇ, ਗੁਰੂ ਨਾਨਕ ਨੇ ਵੀ ਖੇਡੀ ਹੈ। ਸੋ ਹਾਈਡ ਐਂਡ ਸੀਕ ਕਹਿੰਦਾ ਖੇਡੀਏ ਆਪਾਂ। ਮਹਾਰਾਜ ਕਹਿੰਦੇ ਚਲਾ ਠੀਕ ਹੈ, ਲੁੱਕੋ ਮਿੱਚੀ ਵੀ ਕਹਿੰਦੇ ਆ ਪੰਜਾਬੀ ਵਿੱਚ, ਲੁੱਕੋ ਮਿੱਚੀ। ਹਾਂਜੀ, ਉਹ ਤਾਂ ਹੁਣ ਸ਼ਬਦ ਕੋਈ ਵਰਤਦਾ ਨਹੀਂ ਹੈਗਾ। ਹਾਂਜੀ, ਬੱਚਿਆਂ ਨੂੰ ਪਤਾ ਉਹਨੇ ਲੁੱਕੋ ਮਿੱਚੀ ਕੀ ਹੁੰਦੀ। ਅੱਜ ਕੱਲ੍ਹ ਹਾਈਡ ਐਂਡ ਸੀਕ ਨਹੀਂ ਖੇਡਦੇ। ਅੱਜ ਕੱਲ੍ਹ ਤਾਂ ਜਿਹੜਾ ਫੋਨ ਦੇ ਉੱਤੇ ਜੇ ਐਪ ਹੈਗਾ ਹਾਈਡ ਐਂਡ ਸੀਕ ਡਿਵੈਲਪ ਹੈ ਨਾ, ਉਹੀ ਆ। ਹਾਂਜੀ, ਕੋਈ ਨਹੀਂ ਖੇਡਦਾ ਖੁੱਡਦਾ ਅੱਜ ਕੱਲ੍ਹ। ਹਾਂਜੀ, ਸਾਰੇ ਇਹਦੇ ਵਿੱਚ ਜੁੜੇ ਬੈਠੇ ਆ। ਹਾਂਜੀ, ਸਭ ਕੁਝ ਇੱਥੇ ਲਾ ਕੇ ਮੇਰੇ ਮੂੰਹ ਐਨਕਾਂ ਲਾਈ ਬੈਠੇ ਆ ਵਿਚਾਰੇ, ਅੱਖਾਂ ਖਰਾਬ ਕਰਕੇ। ਹਾਂਜੀ, ਸੋ ਜਿਹੜਾ ਹੈ ਨਾ ਇਹੀ ਹਾਲ ਦੁਨੀਆ ਦਾ ਨਾ। ਸੋ ਕਹਿੰਦੇ ਲੁੱਕੋ ਮਿੱਚੀ ਖੇਡ ਲਈਏ। ਸੋ ਮਹਾਰਾਜ ਕਹਿੰਦੇ ਠੀਕ ਆ, ਮੋਸਟ ਵੈਲਕਮ। ਸੋ ਮਹਾਰਾਜ ਕਹਿੰਦੇ ਤੁਸੀਂ ਜਾਓ ਪਹਿਲਾਂ। ਉਹ ਸਾਰੇ ਚਲੇ ਗਏ ਜੀ, ਕੋਈ ਆਕਾਸ਼ ਵਿੱਚ ਚਲ ਗਿਆ, ਕੋਈ ਕਿਤੇ ਚਲੇ, ਬਿਕੋਜ਼ ਦੇ ਹੈਡ ਪਾਵਰਸ। ਸੋ ਦੇ ਹੈਡ ਬੀਨ ਡੂਇੰਗ ਮੈਡੀਟੇਸ਼ਨ ਫॉर ਹੰਡਰਡਸ ਆਫ ਇਅਰਸ। ਉਹਨਾਂ ਕੋਲ ਬਹੁਤ ਕੁਝ ਸੀਗਾ। ਕੋਈ ਧਰਤੀ ਦੇ ਵਿੱਚ ਵੜ ਗਿਆ, ਕੋਈ ਕੀੜੀ ਬਣ ਗਿਆ, ਕੋਈ ਸ਼ੇਰ ਬਣ ਗਿਆ। ਦੇ ਟ੍ਰਾਂਸਫਾਰਮ ਦੈਮਸੈਲਫ। ਸੋ ਬਹੁਤ ਥਾਂ ਤੇ ਉਹ ਚਲੇ ਗਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਤੇ ਬੈਠ ਕੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਹੁਣ ਕਿਵੇਂ ਲੱਭਾਂਗੇ? ਮਹਾਰਾਜ ਕਹਿੰਦੇ ਕੋਈ ਪ੍ਰੋਬਲਮ ਨਹੀਂ। ਮਹਾਰਾਜ ਜੀ ਉੱਥੇ ਖੜਾਮ ਪਈ ਸੀ। ਖੜਾਮ ਹੀ ਨਾ ਮਹਾਰਾਜ ਦੀ ਜੁੱਤੀ ਕਹਿ ਲਈਏ ਕਿ ਖੜਾਵਾਂ ਹੁੰਦੀਆਂ ਸੀ, ਅੱਜ ਕੱਲ੍ਹ ਜੁੱਤੀਆਂ ਨੇ ਹੈ। ਸੋ ਉਹ ਜੁੱਤੀ ਦਾ ਕੀ ਬ੍ਰਾਂਡ ਸੀ, ਉਹ ਖੜਾਵਾਂ ਦਾ ਕੀ ਬ੍ਰਾਂਡ ਸੀ, ਆਈ ਡੋਂਟ ਨੋ। ਓਕੇ, ਤੁਸੀਂ ਕਹੋਗੇ ਹਸ਼ ਪਾਪੀਸ ਹੋਊਗਾ, ਹੋਰ ਹੋਊਗਾ ਜੀ, ਜੋ ਮਰਜੀ। ਹਾਂਜੀ, ਸੋ ਉਹ ਉਦੋਂ ਟਾਈਮ ਤੇ ਤਾਂ ਇੱਕ ਹੀ ਹੁੰਦਾ ਸੀ। ਹਾਂਜੀ, ਜੋ ਮਿਲ ਗਿਆ ਸੋ ਪਾ ਲਿਆ। ਹਾਂਜੀ, ਉਹੀ ਬ੍ਰਾਂਡ ਹੁੰਦਾ ਸੀ। ਸੋ ਕੀ ਹੋਇਆ ਜੀ, ਮਹਾਰਾਜ ਦੀ ਖੜਾਮ ਪਈ ਸੀ ਸਾਹਮਣੇ। ਮਹਾਰਾਜ ਕਹਿੰਦੇ ਖੜਾਮ ਨੂੰ ਦੇਖ ਕੇ, ਖੜਾਮ ਜਾ ਕੇ ਸਿੱਧਾਂ ਨੂੰ ਲੈ ਕੇ ਆ। ਦ ਖੜਾਮ ਵੈਂਟ ਫਲਾਈਂਗ ਆਊਟ ਆਫ। ਉਹ ਜਿਹੜੀ ਖੜਾਮ ਉੜਦੀ ਗਈ, ਜਿੱਥੇ ਜਿੱਥੇ ਸਿੱਧ ਬੈਠੇ ਸੀ ਨਾ ਕੁੱਟ ਕੁੱਟ ਕੇ ਲਿਆਂਦੇ। ਉਹਨਾਂ ਦੇ ਸਿਰ ਤੇ ਮਾਰ ਮਾਰ ਕੇ ਉਹ ਜੁੱਤੀਆਂ ਜਿਹੜੇ ਪੈ ਕੇ ਉਹ ਸਾਰੇ ਆ ਗਏ ਗੁਰੂ ਨਾਨਕ ਸਾਹਿਬ ਦੇ ਕੋਲ। ਆ ਕੇ ਹੱਥ ਜੋੜ ਕੇ ਬਹਿ ਕੇ ਮਹਾਰਾਜ ਮਾਫ ਕਰ ਦਿਓ, ਮਾਫ ਕਰ ਦਿਓ। ਤੇ ਫਿਰ ਕਹਿੰਦੇ ਮਹਾਰਾਜ ਨਾਓ ਯੋਰ ਟਰਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਂ ਕੀ ਕਿਹਾ? ਸਤ ਕਰਤਾ ਇਨਵਿਜ਼ੀਬਲ। ਸੋ ਸਿੱਧ ਲੋਕ ਭਾਲਦੇ ਰਹੇ, ਭਾਲਦੇ ਭਾਲਦੇ ਸਾਰੇ ਕਿਤੇ ਉਹਨਾਂ ਨੇ ਭਾਲਿਆ। ਐਂਡ ਵਾਟ ਗੁਰੂ ਨਾਨਕ ਦੇਵ ਜੀ ਡਿਡ ਵੈਨ ਹੀ ਸੈਡ ਸਤ ਕਰਤਾਰ, he immersed himself into the panch tat. The water part of him went into water, the air part of the body went to air. So ਪੰਜ ਤੱਤਾਂ ਵਿੱਚ ਸਾਰਾ ਸਰੀਰ ਮਹਾਰਾਜ ਨੇ dissolve ਕਰ ਦਿੱਤਾ। ਉਹ ਭਾਲੀ ਜਾਂਦੇ ਹੁਣ ਕਿੱਥੇ ਲੱਭਣੇ, because it's within the nature. Where are you going to find him now? ਉਹ ਤਾਂ ਭਾਲਦੇ 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 ਅਖੀਰ ਕਰਨਾ ਭਾਈ ਬਾਲੇ ਨੂੰ ਕਹਿੰਦੇ ਭਾਈ ਤੇਰਾ ਗੁਰੂ ਕਿੱਥੇ ਆ, ਕਿੱਥੇ ਲੱਭੀਏ ਹੁਣ? ਉਹ ਕਹਿੰਦੇ ਮੇਰਾ ਗੁਰੂ ਬਹੁਤ ਸੌਖਾ ਹੈ ਜੀ, ਜੇ ਲੱਭੀਏ ਤਾਂ ਬੜਾ ਔਖਾ ਹੈ, ਪਰ ਕਹਿੰਦੇ ਜੇ ਅਰਦਾਸ ਕਰ ਦਈਏ ਨਾ ਆਪਣੀ ਮਰਜ਼ੀ ਨਾਲ ਆ ਜਾਂਦੇ ਆ। ਬੜੀ ਸੌਖੀ ਗੱਲ ਹੈ। ਕਹਿੰਦੇ ਅਰਦਾਸ ਕਰ ਦੋ ਉਹਨਾਂ ਨੇ ਆ ਜਾਣਾ।
ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਤੇ ਸਿੱਧਾਂ ਨੇ ਇਸ ਕਰਕੇ ਗੁਰੂ ਨਾਨਕ ਨੂੰ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚੇਲੇ ਬਣੇ ਤੇ ਦਿਸ ਇਜ਼ ਦ ਸੇਮ ਸਿੱਧਾ ਜਦੋਂ ਵੀ ਗੁਰੂ ਮਹਾਰਾਜ ਚੇਂਜ ਹੁੰਦੇ ਸਨ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ ਬਣੇ, ਗੁਰੂ ਅਮਰਦਾਸ ਜੀ ਬਣੇ, ਇਹ ਆ ਕੇ ਮਿਲਦਿਆਂ ਕਰਦੇ ਸਨ ਗੁਰੂ ਮਹਾਰਾਜ ਨੂੰ। ਇਹ ਹਮੇਸ਼ਾ ਗੁਰੂ ਨਾਨਕ ਨਾਲ ਜੁੜੇ ਰਹੇ ਸਨ। ਹੁਣ ਇੱਕ ਹੋਰ ਸਾਖੀ ਆਉਂਦੀ ਹੈ। ਹੁਣ ਦੇਖੋ ਗੁਰੂ ਨਾਨਕ ਮਹਾਰਾਜ ਕਿਵੇਂ ਲੋਕਾਂ ਨੂੰ ਬਦਲਾਉਂਦੇ ਨੇ। ਇੱਥੇ ਭਾਈ ਗੁਰਦਾਸ ਜੀ ਨੇ ਇਹਨੂੰ ਜਿਹੜਾ ਹੈ ਆਪਣੀ ਜਿਹੜੀ ਵਾਰ ਪਹਿਲੀ ਹੈ ਨਾ ਪੌੜੀ 44 ਦੇ ਵਿੱਚ ਇਹ ਦੱਸਿਆ ਹੈ ਇਹ ਸਾਰੀ ਸਾਖੀ। ਕਹਿੰਦੇ ਸਿੱਧ ਬੋਲਣ ਸਭ ਬਚਨ ਜਿਹੜਾ ਸ਼ੁਭ ਬਚਨ ਧੰਨ ਨਾਨਕ ਤੇਰੀ ਵਡਿਆਈ। ਸੋ ਸਿੱਧਾਂ ਨੂੰ ਇਹ ਕਹਿਣਾ ਪੈ ਗਿਆ ਗੁਰੂ ਨਾਨਕ ਤੇਰੀ ਵੱਡੀ ਕਮਾਈ, ਤੂੰ ਧੰਨ ਹੈ ਕਿਉਂਕਿ ਤੂੰ ਪਰਮੇਸ਼ਰ ਨੂੰ ਪ੍ਰਗਟ ਕੀਤਾ, ਤੂੰ ਪਰਮੇਸ਼ਰ ਨੂੰ ਜਨਾਇਆ above the spiritual powers, above the wealth of the world, above your hankar, above anything that you think is great. So you have shown Paramatma greater than everything. Everything that you can think is great, Paramatma is greater than that. That's how you see Paramatma. So ਕਹਿੰਦੇ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਕਹਿੰਦੇ ਵੱਡਾ ਪੁਰਖ ਪ੍ਰਗਟਿਆ, ਪਰਮੇਸ਼ਰ ਦਾ ਰੂਪ ਵੱਡਾ ਹੋ ਕੇ ਕਲਯੁਗ ਵਿੱਚ ਪ੍ਰਗਟ ਹੋਇਆ ਜਿਨੇ ਕਲਯੁਗ ਦੇ ਅੰਦਰ ਜੋਤ ਜਗਾ ਦਿੱਤੀ। ਸੋ ਹੁਣ ਦੇਖੋ ਮੇਲਿਓ ਬਾਬਾ ਉਠਿਓ ਮੁਲਤਾਨਾ ਕੀ ਜਰਤ ਜਾਈ। ਹੁਣ ਮੁਲਤਾਨ ਦੇ ਵਿੱਚ ਨਾ ਲੋਕ ਪੀਰਾਂ ਦੀ ਨਾ ਕਬਰਾਂ ਦੀ ਬਹੁਤ ਪੂਜਾ ਕਰਿਆ ਕਰਦੇ ਸਨ। ਮੁਲਤਾਨ 'ਚ ਬਹੁਤ ਸਾਰੇ ਮੁਸਲਮਾਨ ਸਨ ਤੇ ਜਿਹੜੇ ਮੱਕੇ ਦੀ ਸੇਵਾ ਵਿੱਚ ਲੱਗੇ ਹੋਏ ਸਨ ਨਾ, ਮੁਲਤਾਨ ਤੋਂ ਬਹੁਤ ਮੁਸਲਮਾਨ ਕਾਬੇ ਨੂੰ ਵੀ ਜਾਂਦੇ ਹੁੰਦੇ ਸੀ, ਮੱਕੇ ਨੂੰ ਜਾਂਦੇ ਸੀ ਕਾਬੇ ਦੀ ਸੇਵਾ ਵਾਸਤੇ। ਸੋ ਮੁਲਤਾਨ ਇੱਕ ਗੜ ਸੀਗਾ ਮੁਸਲਮਾਨਾਂ ਦਾ। ਸੋ ਇੱਥੇ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਏ। ਹੁਣ ਜਿਹੜੇ ਮੁਲਤਾਨ ਦੇ ਪੀਰ ਸਨ ਨਾ ਉਹ ਇਕੱਠੇ ਹੋ ਕੇ ਉਹਨਾਂ ਨੇ ਮੀਟਿੰਗ ਕੀਤੀ ਕਿ ਜੇ ਪੀਰ ਨਾਨਕ ਇੱਥੇ ਆ ਗਿਆ ਨਾ ਆਪਾਂ ਮਾਰੇ ਗਏ, ਆਪਣਾ ਰੋਜੀ ਪਾਣੀ ਬੰਦ ਹੋ ਜਾਊ, ਆਪਣਾ ਚਾਰੀ ਮਾਕਣ ਬੰਦ। ਬਿਕੋਜ਼ ਜਿੱਥੇ ਗੁਰੂ ਨਾਨਕ ਚਲਿਆ ਜਾਂਦਾ ਹੈ ਨਾ ਸਾਰੀ ਦੁਨੀਆ ਉਹਨਾਂ ਦੇ ਕਦਮਾਂ ਤੇ ਪੈ ਜਾਂਦੀ ਹੈ ਤੇ ਆਪਾਂ ਨੂੰ ਮਿਲਣਾ ਕੁਝ ਨਹੀਂ ਹੈਗਾ ਇੱਥੋਂ। ਕਹਿੰਦੇ ਫਿਰ ਨਾ ਆਪਾਂ ਆਪਣੇ ਬਿਸਤਰੇ ਗੋਲ ਕਰਕੇ ਤੇ ਮੁਲਤਾਨ ਨੂੰ ਮੱਥਾ ਟੇਕ ਕੇ ਚਲੇ ਜਾਈਏ। ਤੇ ਕੀ ਹੁੰਦਾ ਹੈ ਨਾ, ਉਹਨਾਂ ਨੇ ਕੀ ਕੀਤਾ, ਗੁਰੂ ਨਾਨਕ ਨੂੰ ਇੱਕ ਮੈਸੇਜ ਦੇਣ ਵਾਸਤੇ, ਕਿਉਂਕਿ ਕਹਿ ਨਹੀਂ ਸਕਦੇ ਸਨ ਵੀ ਤੁਸੀਂ ਇੱਥੋਂ ਚਲੇ ਜਾਓ। ਯੂ ਨੋ ਵਾਟ ਦੇ ਡਿਡ, ਦੇ ਬ੍ਰੌਟ ਅ ਪੋਟ, ਜਿਹੜਾ ਜੱਗ ਹੋਵੇ, ਜੱਗ ਕਹਿ ਲਈਏ, ਇੱਕ ਜੱਗ ਲਿਆਂਦਾ, ਉੱਤੇ ਤੱਕ ਦੁੱਧ ਭਰ ਕੇ ਲਿਆਂਦਾ until the top, not even one drop extra can go in now, ਪੂਰਾ ਭਰ ਕੇ ਗੁਰੂ ਨਾਨਕ ਸਾਹਿਬ ਦੇ ਮੂਹਰੇ ਰੱਖ ਦਿੱਤਾ। ਭਾਈ ਮਰਦਾਨਾ ਕਹਿੰਦਾ ਮਹਾਰਾਜ ਬੰਦੇ ਬੜੇ ਚੰਗੇ, ਦੇਖੋ ਮਹਾਰਾਜ ਮੁਸਲਮਾਨ ਕਿੰਨੇ ਚੰਗੇ ਨੇ। ਹਾਂਜੀ ਮਹਾਰਾਜ ਦੁੱਧ ਲੈ ਕੇ ਆਏ, ਹਾਂਜੀ ਅੱਗੇ ਤਾਂ ਆਪਾਂ ਨੂੰ ਕਿਸੇ ਨੇ ਨਹੀਂ ਦੁੱਧ ਪਿਲਾਇਆ। ਮਹਾਰਾਜ ਦੇਖੋ ਕਿੰਨੇ ਚੰਗੇ ਨੇ। ਹਾਂਜੀ ਮੁਲਤਾਨ ਦੇ ਬੰਦੇ ਧੰਨ ਹੋ, ਇਹ ਮੁਸਲਮਾਨ ਬਹੁਤ ਧੰਨ। ਭਾਈ ਮਰਦਾਨਾ ਹੀ ਕਰਨ ਲੱਗ ਗਿਆ ਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਮਰਦਾਨਿਆ ਇਹ ਦੁੱਧ ਪੀਣ ਵਾਸਤੇ ਨਹੀਂ ਦੇਣ ਲਿਆਂਦਾ ਇਹਨਾਂ ਨੇ ਮੈਸੇਜ ਦਿੱਤੀ ਆ ਵੀ ਇੱਥੇ ਪੀਰ ਫਕੀਰ ਬਹੁਤ ਸਾਰੇ ਹੈਗੇ ਆ, ਤੁਹਾਡੇ ਵਾਸਤੇ ਕੋਈ ਥਾਂ ਨਹੀਂ ਹੈਗਾ, ਯੂ ਬੈਟਰ ਗੋ ਫਰਮ ਹੀਅਰ। that was the message with the ਜਿਹੜਾ ਹੈ ਜੱਗ ਭਰਿਆ ਹੋਇਆ ਵੀ ਇੱਥੇ ਸਾਰੇ ਬਹੁਤ ਕੁਝ ਹੈਗਾ, we don't need you here in a polite way ਨਾ ਵੀ ਤੁਸੀਂ ਚਲੇ ਜਾਓ। ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ ਉਸ ਵੇਲੇ, ਮਹਾਰਾਜ ਨੇ ਕਹਿੰਦੇ ਬਾਬੇ ਕੱਢ ਕਰ ਬਗਲ ਤੇ, ਆਪਣੀ ਬਗਲ ਤੋਂ, ਬਗਲ ਵਿੱਚ ਨਾ ਜਿਵੇਂ ਬਗਲ ਜਾਂ ਆਪਾਂ ਪਾਕਟ ਕਹਿ ਲੈਂਦੇ ਅੱਜ ਕੱਲ, ਸੋ ਆਪਣੀ ਪਾਕਟ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਚੰਬੇਲੀ ਦੁੱਧ ਵਿੱਚ ਮਿਲਾਈ। ਚੰਬੇਲੀ ਦਾ ਇੱਕ ਫੁੱਲ, ਤੁਸੀਂ ਅੰਗਰੇਜ਼ੀ 'ਚ ਆਪਾਂ ਕੀ ਕਹਿੰਦੇ ਚੰਬੇਲੀ ਨੂੰ, ਹਾਂ ਜੈਸਮੀਨ ਫਲਾਵਰ ਨਾ, ਉਹ ਕੱਢ ਲਿਆ ਮਹਾਰਾਜ ਨੇ ਆਪਣੇ ਬਗਲ ਦੇ ਵਿੱਚੋਂ, ਜੇਬ ਵਿੱਚੋਂ ਕੱਢ ਕੇ ਨਾ ਦੁੱਧ ਉੱਤੇ ਰੱਖ ਦਿੱਤਾ। ਜਦੋਂ ਦੁੱਧ ਦੇ ਉੱਤੇ ਰੱਖਿਆ ਨਾ ਉਹ ਪੀਰ ਸਾਰੇ ਨਾ ਮਹਾਰਾਜ ਦੇ ਚਰਨਾਂ ਤੇ ਆ ਕੇ ਡਿੱਗ ਪਏ। ਮਹਾਰਾਜ ਨੇ ਮੈਸੇਜ ਕੀ ਦਿੱਤਾ ਕਿ ਮੈਂ ਤੁਹਾਡਾ ਜਿਵੇਂ ਹੁਣ ਚਮੇਲੀ ਦਾ ਫੁੱਲ ਰੱਖਿਆ, not even one drop leaked out from the jug, overflowed, ਇੱਕ ਵੀ ਡ੍ਰੌਪ ਓਵਰਫਲੋ ਨਹੀਂ ਹੋਇਆ ਤੇ ਉਹ ਚਮੇਲੀ ਦਾ ਫੁੱਲ ਉੱਤੇ ਟਿਕ ਵੀ ਗਿਆ ਤੇ ਉਹਨੇ ਆਪਣੀ ਫ੍ਰੈਗਨੈਂਸ ਵੀ ਦੇਤੀ ਦੁੱਧ ਨੂੰ। ਮਹਾਰਾਜ ਕਹਿੰਦੇ ਅਸੀਂ ਇੱਥੇ ਆਏ ਆ ਤੁਹਾਡਾ ਥਾਂ ਲੈਣ ਵਾਸਤੇ ਨਹੀਂ ਆਏ, ਤੁਹਾਡੇ ਵਿੱਚ ਭਗਤੀ ਦੀ ਖੁਸ਼ਬੂ ਪਾਉਣ ਵਾਸਤੇ ਆਏ। I am here to give you the fragrance of bhakti, of the meditation of Paramatma। ਉਹ ਦੇਣ ਵਾਸਤੇ ਮੈਂ ਆਇਆ, ਤੁਹਾਡਾ ਥਾਂ ਲੈਣ ਵਾਸਤੇ ਨਹੀਂ ਮੈਂ ਆਇਆ। ਦੇਖੋ ਮਹਾਰਾਜ ਨੇ ਕਿਹਦਾ ਮੈਸੇਜ ਦਿੱਤਾ, ਕਿੰਨਾ ਪਾਵਰਫੁਲ ਮੈਸੇਜ ਹੈ। Because you see, why the Sikhs in the world, they can adjust and they can go around the world and people tend to accept them. Why? Have you ever thought about this? Remember the ਚੰਬੇਲੀ ਦਾ ਫੁੱਲ। Because Sikh ਜਿੱਥੇ ਵੀ ਜਾਂਦੇ ਨਾ ਲੋਕਾਂ ਨੂੰ ਥ੍ਰੈਟਨ ਨਹੀਂ ਕਰਦੇ, ਲੋਕਾਂ ਨੂੰ ਆਪਣੇ ਉੱਤੇ ਉਹ ਥ੍ਰੈਟਨ ਨਹੀਂ ਫੀਲ ਹੁੰਦਾ। ਉਹ ਕਹਿੰਦੇ ਨੇ ਸਿੱਖ is coming here to compliment us, to add value into our society,
That's why people are keeping the Sikhs. ਜਦੋਂ ਤੱਕ ਸਿੱਖ ਆਪਣੇ ਪ੍ਰਿੰਸੀਪਲ ਵਿੱਚ ਪੱਕੇ ਨੇ, ਸਾਰੀ ਦੁਨੀਆ ਉਹਨਾਂ ਨੂੰ ਬੜੇ ਖੁਸ਼ ਹੋ ਕੇ ਐਕਸੈਪਟ ਕਰਦੀ ਹੈ, ਕਿਉਂਕਿ ਗੁਰੂ ਨਾਨਕ ਨੇ ਇਹ ਗੁਣ ਆਪਣੇ ਵਿੱਚ ਪਾਇਆ। ਸੋ ਇਹ ਸਾਖੀਆਂ ਜਿਹੜੀਆਂ ਹੁੰਦੀਆਂ ਨਾ, ਕਈ ਲੋਕ ਕਹਿੰਦੇ ਜਿਸ ਜਸਟ ਸਟੋਰੀਜ਼ ਬਟ ਸਟੋਰੀਜ਼ ਦੇ ਪਿੱਛੇ ਜਿਹੜੀ ਬਖਸ਼ਿਸ਼ ਆ ਨਾ, ਉਹਦੇ ਵੱਲ ਦੇਖਿਆ ਕਰ। ਸਟੋਰੀ ਤਾਂ ਬਹੁਤ ਛੋਟੀ ਹੈ, ਆਪਾਂ 2 ਮਿੰਟਾਂ 'ਚ ਕਰ ਲਈ, ਪਰ ਇਹਦਾ ਇਫੈਕਟ ਦੇਖੋ। ਆਪਾਂ ਸਾਰੀ ਦੁਨੀਆ ਦੇ ਵਿੱਚ ਸੈਟਲ ਡਾਊਨ ਹੋ ਗਏ ਆ ਗੁਰੂ ਨਾਨਕ ਦੀ ਕਿਰਪਾ ਕਰਕੇ, ਉਹ ਚਮੇਲੀ ਦੇ ਫੁੱਲ ਦੇ ਕਰਕੇ। ਜਿੱਥੇ ਵੀ ਸਿੱਖ ਜਾਂਦਾ ਹੈ ਉਹ ਕੰਪਲੀਮੈਂਟ ਕਰਦਾ ਹੈ, ਉਹ ਸੋਸਾਇਟੀ ਨੂੰ ਕੁਝ ਦਿੰਦਾ। He gives out something to the society. He contributes to the society without taking anything from anyone. ਇਹੀ ਸਿੱਖੀ ਦੀ ਨਿਸ਼ਾਨੀ ਹੈ। This is how Sikhs has survived in the world. ਸੋ ਇੱਥੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਇੱਕ ਚੋਰ ਹੈ। ਹੁਣ ਮਹਾਰਾਜ ਦੇ ਦਰਬਾਰ ਵਿੱਚ ਇੱਕ ਚੋਰ ਆਇਆ। ਸੋ ਇਹ ਚੋਰ ਦਾ ਨਾਮ ਸੀ ਭੂਮਿਆ। ਵੈਰੀ ਇੰਟਰਸਟਿੰਗ ਸਾਖੀ। ਸੋ ਇਹ ਚੋਰ ਆਇਆ, ਮਹਾਰਾਜ ਨੂੰ ਮੱਥਾ ਟੇਕਿਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਉਪਦੇਸ਼ ਦਿਓ ਜਿਹਦੇ ਕਰਕੇ ਮੇਰੀ ਮੁਕਤੀ ਹੋ ਜਾਵੇ। ਮਹਾਰਾਜ ਕਹਿੰਦੇ ਤੁਹਾਡਾ ਨਾਂ ਕੀ ਹੈ? ਕਹਿੰਦਾ ਭੂਮਿਆ। ਮਹਾਰਾਜ ਕਹਿੰਦੇ ਕਰਦਾ ਕੀ ਹੈ? ਮਹਾਰਾਜ ਚੋਰੀ ਕਰਦਾ। ਵੈਰੀ ਪ੍ਰਾਊਡਲੀ ਹੀ ਸੇਡ, ਮੈਂ ਚੋਰੀ ਕਰਦਾ, ਮੈਂ ਚੋਰ ਹਾਂ। ਅਸਲ 'ਚ ਆਪਣੇ ਆਪ ਨੂੰ ਚੋਰ ਕੋਈ ਵੀ ਨਹੀਂ ਕਹਿੰਦਾ ਹੁੰਦਾ ਨਾ। ਸੋ ਇਹ ਜਿਹੜਾ ਹਿਡਨ ਪ੍ਰੋਫੈਸ਼ਨ ਕਹਿ ਦਿੰਦੇ ਆ ਇਹਨੂੰ, ਜਾਂ ਕਨਸੀਲ ਪ੍ਰੋਫੈਸ਼ਨ ਹੈ ਨਾ। ਸੋ ਓਕੇ, ਇਹਨੇ ਤਾਂ ਕਹਿ ਦਿੱਤਾ, ਕਹਿੰਦਾ ਮੈਂ ਚੋਰ ਹਾਂ। ਸੋ ਮਹਾਰਾਜ ਕਹਿਣ ਲੱਗੇ, ਚੰਗਾ ਫੇ ਭੂਮਿਆ ਤੂੰ ਚੋਰੀ ਛੱਡ ਦੇ। ਨਾ ਭੂਮਿਆ ਵਾਸ ਵੈਰੀ ਸਿੰਸੀਅਰ। ਉਹ ਹੱਥ ਜੁੜ ਕੇ ਕਹਿੰਦਾ, ਮਹਾਰਾਜ ਜੋ ਹੋਰ ਮਰਜ਼ੀ ਕਰਾ ਲਓ, ਮੇਰੇ ਤੋਂ ਚੋਰੀ ਨਾ ਛਡਾਓ। ਇਹ ਚੋਰੀ ਨਹੀਂ ਮੇਰੇ ਤੋਂ ਛੁੱਟਣੀ, ਕਿਉਂਕਿ ਦਿਸ ਇਜ਼ ਵਾਟ ਦ ਬੈਸਟ ਆਈ ਡੂ ਇਨ ਮਾਈ ਲਾਈਫ। ਇਹ ਚੋਰੀ ਨਹੀਂ ਮੈਂ ਛੱਡ ਸਕਦਾ, ਹੋ ਜੋ ਮਰਜ਼ੀ ਕਰਾ ਲਓ। ਸੋ ਕੀ ਹੋਇਆ ਜੀ? ਦੇਖੋ ਨਾ, ਆਪਾਂ ਨਹੀਂ ਕਹਿੰਦੇ ਨਾ, ਜੇ ਮਹਾਰਾਜ ਕਹਿਣਗੇ ਚੋਰੀ ਛੱਡ, ਹਾਂਜੀ ਮਹਾਰਾਜ ਚੋਰੀ ਛੱਡ ਦੇਣ, ਭਲਕੇ ਜਗ੍ਹਾ ਫਿਰ ਚੋਰੀ ਕਰ ਲਾਂਗੇ। ਦਿਸ ਇਜ਼ ਵਾਟ ਵੀ ਡੂ, ਰਾਈਟ? ਵੀ ਚੀਟ ਆਵਰਸੈਲਫ। ਪਰ ਇਹ ਬੰਦੇ ਨੇ ਚੀਟ ਨਹੀਂ ਕੀਤਾ। ਦੇਖੋ ਸਿੰਸੀਅਰਿਟੀ ਜਿਹੜੀ ਆ ਨਾ, ਭਾਵੇਂ ਇੱਕ ਚੋਰ ਵਿੱਚ ਚਲੀ ਜਾਵੇ, ਇੱਕ ਠੱਗ ਵਿੱਚ ਚਲੀ ਜਾਵੇ, ਭਾਵੇਂ ਕਿਸੇ ਵਿੱਚ ਵੀ ਚਲੀ ਜਾਵੇ, ਦ ਸਿੰਸੀਅਰਿਟੀ ਜਿਹੜੀ ਆ ਉਹ ਫਰੂਟਸ ਲੈ ਕੇ ਆਉਂਦੀ। ਤਾਂ ਇਹ ਦ ਮੂਲ ਥਿੰਗ ਜਿਹੜੀ ਆ ਨਾ, ਹੁਣ ਦੇਖੋ ਬੱਚਿਆਂ ਨੂੰ ਤੁਸੀਂ ਪੜ੍ਹਾਈ ਕਰਾਉਂਦੇ ਆ ਨਾ, ਬੜੀਆਂ ਪੜ੍ਹਾਈਆਂ ਤੁਸੀਂ ਕਰਾਉਂਦੇ ਆ, ਆਹ ਪੜ੍ਹਾਈ ਕਰੋ, ਉਹ ਪੜ੍ਹਾਈ ਕਰੋ, ਇਹ ਕਰੋ, ਉਹ ਕਰੋ। The one thing we forget to teach them is sincerity. When a child comes and tell you the truth, ਪਹਿਲਾਂ ਉਹਨੂੰ ਸ਼ਾਬਾਸ਼ ਦਿਓ ਵੀ ਤੂੰ ਸੱਚ ਬੋਲਿਆ, ਵੈਰੀ ਗੁੱਡ। ਫਿਰ ਉਹਨੂੰ ਦੱਸੋ ਉਹਦੀ ਗਲਤੀ ਕੀ ਹੈ। ਪਹਿਲੀ ਗੱਲ ਉਹਦੀ ਸਿੰਸੀਅਰਿਟੀ, ਉਹਦੇ ਸੱਚ ਨੂੰ ਤੁਸੀਂ ਵੈਲਿਊ ਦਿਓ। ਕਹੋ ਤੂੰ ਸੱਚ ਬੋਲਿਆ, ਵੈਰੀ ਗੁੱਡ, ਇਹੀ ਚਾਹੀਦਾ। ਭਾਵੇਂ ਕੋਈ ਵੀ ਕੀਮਤ ਤਾਰਨੀ ਪਵੇ, ਤੂੰ ਸੱਚ ਬੋਲਿਆ, ਦੈਟਸ ਮੋਸਟ ਇੰਪੋਰਟੈਂਟ ਥਿੰਗ। ਯੂ ਹੈਵ ਬੀਨ ਸਿੰਸੀਅਰ। ਜਦੋਂ ਇਹ ਸਿੰਸੀਅਰਿਟੀ ਘਰ ਵਿੱਚੋਂ ਨਿਕਲ ਜਾਂਦੀ ਹੈ ਨਾ, ਫਿਰ ਸਾਰੇ ਪ੍ਰੋਬਲਮ ਘਰ ਵਿੱਚ ਆ ਜਾਂਦੇ। I can tell you the ਮੂਲ ਕਾਰਨ ਸਾਰੇ ਪ੍ਰੋਬਲਮ ਘਰਾਂ ਦੇ ਅੱਜ ਕੀ ਹੈ? ਝੂਠ। Because we try to lie to each other. We try to cheat each other in the same house, under the same roof. ਇਹ ਪ੍ਰੋਬਲਮ। ਕਿਤੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਆਪਣੇ ਸੱਚ ਬੋਲੋ, ਸੱਚ ਦੀ ਕੀਮਤ ਰੱਖੋ, ਸੱਚ ਬੋਲਣ ਦੀ ਹਿੰਮਤ ਰੱਖੋ ਵੀ ਆਹ ਸੱਚ ਹੈ ਜੀ, ਦੈਟਸ ਇਟ। ਸੋ ਹੁਣ ਇਹ ਭੂਮਿਆ ਜਿਹੜਾ ਹੈ, ਇਹਨੇ ਸੱਚ ਕਹਿ ਦਿੱਤਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਚੰਗਾ ਫੇ ਭੂਮਿਆ, ਜੇ ਚੋਰੀ ਨਹੀਂ ਛੱਡ ਸਕਦਾ ਤਾਂ ਸਾਡੇ 3 ਵਚਨ ਤੂੰ ਮੰਨੀ। I give you my 3 words that you must accomplish. ਕਹਿੰਦੇ ਮਹਾਰਾਜ ਹੁਕਮ ਕਰੋ। ਕਹਿੰਦੇ ਭੂਮਿਆ ਚਲਾ ਚੋਰੀ ਨਾ ਛੱਡ, ਕਰੀ ਜਾ ਚੋਰੀ, ਪਰ ਕਿਤੇ ਝੂਠ ਨਾ ਬੋਲ। ਫਸਟ। ਸੈਕੰਡ ਵਨ, ਕਿਸ ਦਾ ਲੂਣ ਖਾ ਕੇ ਹਰਾਮ ਨਾ ਕਰੀ। ਮਤਲਬ if you have ate somebody's food, ਕਿਸੇ ਦਾ ਜਿਹੜਾ ਤੁਸੀਂ ਖਾ ਕੇ ਫਿਰ ਉਹਦਾ ਹਰਾਮ ਨਾ ਕਰਿਓ, ਉਹਦਾ ਬੁਰਾ ਨਾ ਕਰਿਓ। ਈਵਨ ਇੱਕ ਬੁਰਕੀ ਵੀ ਕਿਸੇ ਦੀ ਖਾ ਲਓ, ਉਹਦਾ ਬੁਰਾ ਕਿਤੇ ਨਹੀਂ ਕਰਨਾ। ਦੈਟ ਇਜ਼ ਲੂਣ ਨਹੀਂ ਹਰਾਮ ਕਰਨਾ। ਤੀਜੀ ਚੀਜ਼ ਹੈ, ਕਹਿੰਦੇ ਗਰੀਬਾਂ ਦੀ ਮਾਰ ਨਹੀਂ ਕਰਨੀ। ਗਰੀਬ ਮਾਰ ਮੀਨਸ ਟੂ ਪਨਿਸ਼ ਦ ਇਨੋਸੈਂਸ, ਡੋਂਟ ਲੈਟ ਦੈਟ ਹੈਪਨ। ਸੋ 3 ਬਚਨ ਕਹਿੰਦੇ ਸਾਡੇ ਮੰਨ ਲਾ, ਬਾਕੀ ਜੋ ਮਰਜ਼ੀ ਕਰ। ਭੂਮਿਆ ਕਹਿੰਦਾ ਠੀਕ ਹੈ, ਮੱਥਾ ਟੇਕ ਕੇ ਨਿਕਲ ਗਿਆ। ਭੂਮਿਆ ਨਾਓ ਹੀ ਗੋਜ਼ ਫॉर ਚੋਰੀ ਫੈਸ਼ਨ। ਹੁਣ ਚੋਰੀ ਤਾਂ ਰਾਤ ਨੂੰ ਹੀ ਹੁੰਦੀ ਹੈ ਨਾ, ਦਿਨ ਨੂੰ ਕਿਹੜਾ ਚੋਰੀ ਕਰਦਾ? ਅੱਜ ਕੱਲ੍ਹ ਕਰਦੇ ਨੇ, ਅੱਗੇ ਨਹੀਂ ਕਰਦੇ ਸਨ। ਅੱਜ ਕੱਲ੍ਹ ਚੋਰ ਵੀ ਬੇਸ਼ਰਮ ਹੋ ਗਏ। ਹਾਂਜੀ, ਸੋ ਸਵੇਰੇ ਸਵੇਰੇ ਚੋਰੀਆਂ ਕਰੀ ਜਾਂਦੇ ਨੇ ਵੀ ਥੋੜਾ ਡੀਕ ਵੀ ਲਓ ਤੁਸੀਂ, ਰਾਤ ਪੈ ਜਾਵੇ। ਹਾਂਜੀ, ਸੋ ਕੀ ਹੋਇਆ? ਇਹ ਚੋਰੀ ਕਰਨ ਵਾਸਤੇ ਰਾਤ ਨੂੰ ਨਿਕਲਿਆ, ਘੋੜੇ ਤੇ ਜਾ ਰਿਹਾ ਹੈ। ਇਹਦੇ ਕੱਪੜੇ ਬਹੁਤ ਸੋਹਣੇ ਹੁੰਦੇ ਸੀਗੇ। ਹੀ ਵਾਸ ਵੈਰੀ ਜੈਂਟਲਮੈਨ,
ਐਂਡ ਪ੍ਰੋਪਰਲੀ ਅਟਾਇਰ ਪਾ ਕੇ ਜਿਹੜਾ ਪ੍ਰੋਪਰ ਅਟਾਇਰ ਪਾ ਕੇ ਜਾਂਦਾ ਹੁੰਦਾ ਸੀ ਚੋਰੀ ਕਰਨ। ਅੱਜ ਕੱਲ੍ਹ ਦੇ ਚੋਰਾਂ ਮੂਹਰੇ ਨੰਗੇ ਨੰਗੇ ਤੁਰੇ ਫਿਰਦੇ, ਕਿਸੇ ਤੇ ਝੱਗਾ ਨਹੀਂ ਪਾਇਆ ਹੁੰਦਾ, ਪਾਰਟੀ ਟੀ-ਸ਼ਰਟ ਹੁੰਦੀ ਆ। ਐਨੀ ਟਾਈਮ ਚੋਰ ਕਮਸ ਟੂ ਯੂਰ ਹਾਊਸ, ਯੂ ਟੈਲ ਹਿਮ ਪਲੀਜ਼ ਮਾਈਂਡ ਯੂਰ ਅਟਾਇਰ। ਹਾਂਜੀ, ਜੇ ਚੋਰੀ ਕਰਨੀ ਹੈ ਆਪਣੇ ਪ੍ਰੋਫੈਸ਼ਨ ਤੇ ਥੋੜਾ ਜਿਹਾ ਪ੍ਰਾਊਡ ਹੋ ਤੂੰ, ਹੈ ਕੀ ਪਾਈ ਫਿਰਦਾ ਹੈ। ਸੋ ਇਹ ਗੱਲ ਹੈ। ਸੋ ਕੀ ਹੋਇਆ ਜੀ, ਸੋਹਣੇ ਕੱਪੜੇ ਪਾ ਕੇ ਘੋੜੇ ਤੇ ਚੜ ਕੇ ਰਾਜੇ ਦੇ ਘਰ ਗਏ ਚੋਰੀ ਕਰਨ ਵਾਸਤੇ। ਉਹ ਗਾਰਡ ਪੁੱਛਦੇ ਨੇ, ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਚੋਰ ਹਾਂ। ਕਹਿੰਦਾ ਤੂੰ ਕੀ ਕਰਨਾ ਹੈ ਇੱਥੇ? ਮੈਂ ਚੋਰੀ ਕਰਨਾ ਹੈ। ਉਹਨੇ ਸੱਚ ਦੱਸਤਾ। ਸੋ ਉਹ ਗਾਰਡਸ ਦੇਖ ਕੇ ਕਹਿਣ ਲੱਗੇ ਇੱਕ ਮਖੌਲ ਕਰਦਾ ਹੋਣਾ ਸਾਡੇ ਨਾਲ, ਇਹ ਜ਼ਰੂਰ ਕੋਈ ਰਾਜੇ ਦਾ ਰਿਸ਼ਤੇਦਾਰ ਹੋਣਾ, ਚਲੋ ਉਹਨੂੰ ਨਗਾ ਦਿਓ ਹੁਣ, ਚਲੋ ਕਹਿੰਦੇ ਜਾਓ ਜਾਓ। ਉਹ ਵੀ ਹੱਸ ਕੇ ਨਗਾਤਾ ਜੀ ਉਹਨਾਂ ਨੇ। ਇਹ ਚਲੇ ਗਏ ਜੀ ਅੰਦਰ। ਜਾ ਕੇ ਇਹਨੇ ਸਾਰੀ ਚੋਰੀ ਕੀਤੀ ਜੀ, ਚੰਗੀ ਤਰ੍ਹਾਂ ਚੋਰੀ ਕਰ ਲਈ, ਸਾਰੀਆਂ ਪੰਡਾ ਬੰਨ ਲੀਆਂ। ਇਹਨੇ ਘੋੜੇ ਤੇ ਜਾਣਾ ਸੀ ਨਾ, ਸੋ ਉਹਦਾ ਟਰਾਂਸਪੋਰਟੇਸ਼ਨ ਵੀ ਸਾਰਾ ਸੀਗਾ। ਸੋ ਉਹਨੇ ਬੰਨ ਬੁੰਨ ਕੇ ਸਾਰਾ ਕੁਝ ਲਾ ਕੇ ਅਖੀਰ ਤੇ ਨਾ ਇਹਨੇ ਇੱਕ ਵਾਸ ਦੇਖਿਆ, ਇੱਕ ਵੱਡਾ ਵਾਸ ਪਿਆ ਸੀ। ਰਾਜੇ ਲੋਕ ਕੀ ਕਰਦੇ ਸਨ, ਉਹ ਵਾਸ ਦੇ ਵਿੱਚ ਨਾ ਗੋਲਡ ਕੋਇਨਸ ਰੱਖਿਆ ਕਰਦੇ ਸਨ। ਇਹਨੇ ਆਪਣਾ ਹੱਥ ਪਾਇਆ ਵਿੱਚ ਦੇਖਣ ਵਾਸਤੇ ਵੀ ਕੀ ਹੈ। ਸੋ ਇਹਨੂੰ ਥੋੜਾ ਪਾਊਡਰ ਜਿਹਾ ਲੱਗਿਆ, ਇਹਨੇ ਚੁੱਕ ਕੇ ਹੱਥ ਨਾਲ ਆਪਣੇ ਮੂੰਹ ਨਾਲ ਲਾ ਲਿਆ ਦੇਖਣ ਵਾਸਤੇ ਵੀ ਕੀ ਹੈ। ਉਹ ਸੀ ਲੂਣ, ਸਾਲਟ। ਸੋ ਮਹਾਰਾਜ ਦਾ ਬਚਨ ਸੀ, ਜਿਹਦਾ ਲੂਣ ਖਾ ਲਿਆ ਉਹਦਾ ਹਰਾਮ ਨਹੀਂ ਕਰਨਾ। ਕੀ ਹੋਇਆ ਜੀ, ਸਮਾਨ ਬੰਨਿਆ ਬਣਾਇਆ ਛੱਡ ਕੇ ਭੂਮੀਆਂ ਚੋਰ ਖਾਲੀ ਹੋ ਘਰ ਤੋਂ ਨਿਕਲ ਗਿਆ। ਹੀ ਡਿਡਨਟ ਟੇਕ ਅ ਸਿੰਗਲ ਥਿੰਗ। ਬਚਨ ਮੰਨਿਆ ਨਾ ਗੁਰੂ ਦਾ। ਬਾਹਰ ਨਿਕਲਿਆ, ਦੂਜੇ ਦਿਨ ਰਾਜਾ ਉੱਠਿਆ। ਰਾਜਾ ਉੱਠ ਕੇ ਆ ਕੇ ਕਹਿੰਦਾ ਜੀ, ਉਹਨੇ ਦੇਖਿਆ ਸਾਰਾ ਸਮਾਨ ਬੰਨਿਆ ਪਿਆ, ਵਿੱਚ ਵਿੱਚ ਚੋਰੀ ਹੋਈ ਹੁੰਦੀ ਹੈ। ਪਰ ਉਹਨੂੰ ਸਭ ਤੋਂ ਵੱਡਾ ਦੁੱਖ ਪਤਾ ਕੀ ਹੋਇਆ? ਕਹਿੰਦਾ ਮੇਰਾ ਸਮਾਨ ਇੰਨਾ ਹੀ ਮਾੜਾ ਜਿਹੜਾ ਚੋਰ ਵੀ ਨਹੀਂ ਲੈ ਕੇ ਗਏ। ਇਟ ਇਜ਼ ਸੋ ਬੈਡ। ਇੰਨਾ ਭੈੜਾ ਮੇਰਾ ਸਮਾਨ, ਮੇਰਾ ਕਿੰਨਾ ਮਹਿੰਗਾ ਸਮਾਨ, ਕਿਉਂ ਨਹੀਂ ਚੋਰ ਲੈ ਕੇ ਗਏ ਨਾ? ਕਹਿੰਦਾ ਮੇਰੀ ਤਾਂ ਬੇਇੱਜ਼ਤੀ ਹੋ ਗਈ ਇੱਥੇ। ਉਹ ਬੜਾ ਦੁਖੀ ਹੋਇਆ। ਉਹਨੇ ਕੀ ਕੀਤਾ ਨਾ, ਉਹਨੇ ਇਹਨੂੰ ਇੱਕ ਮਿਸਤਰੀ ਹੋ ਗਈ ਵੀ ਚੋਰ ਆਇਆ, ਸਮਾਨ ਬੰਨਿਆ, ਲੈ ਕੇ ਕਿਉਂ ਨਹੀਂ ਗਿਆ। ਉਹਨੇ ਸਾਰੇ ਨਾ ਜਿਹੜੇ ਹੁੰਦੇ ਨਾ ਹਿੱਟ ਲਿਸਟ ਦੇ ਵਿੱਚ ਚੋਰ, ਉਹਨੇ ਸਾਰੇ ਇਕੱਠੇ ਕਰ ਲਏ, ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਵਿਚਾਰੇ ਕੁੱਟ ਖਾਈ ਗਏ, ਉਹਨਾਂ ਨੇ ਤਾਂ ਚੋਰੀ ਕੀਤੀ ਕੋਈ ਨਹੀਂ ਸੀ। ਤੇ ਭੂਮੀ ਨੂੰ ਪਤਾ ਲੱਗਿਆ ਵੀ ਇਹ ਗਰੀਬ ਜਿਹੜੇ ਚੋਰ ਸਨ ਉਹਨਾਂ ਦੀ ਕੁੱਟ ਪੈ ਰਹੀ ਆ। ਇਹਨੇ ਆ ਕੇ ਰਾਜੇ ਨੂੰ ਕਹਿਣ ਲੱਗਾ, ਰਾਜਨ ਉਹਨਾਂ ਨੂੰ ਛੱਡ ਦੇ, ਚੋਰ ਮੈਂ ਆ। ਰਾਜਾ ਕਹਿੰਦਾ ਤੂੰ ਚੋਰ ਆ? ਕਹਿੰਦਾ ਤੂੰ ਮੈਨੂੰ ਪਹਿਲੀ ਗੱਲ ਇਹ ਦੱਸ, ਮੇਰਾ ਸਮਾਨ ਲੈ ਕੇ ਕਿਉਂ ਨਹੀਂ ਗਿਆ? ਕਹਿੰਦਾ ਲੋਕ ਅੱਗੇ ਮੈਨੂੰ ਪੁੱਛਦੇ ਨੇ ਵੀ ਤੇਰਾ ਸਮਾਨ ਇੰਨਾ ਹੀ ਮਾੜਾ। ਹਾਂਜੀ, ਮੈਂ ਕਿਸੇ ਨੂੰ ਦੱਸਣ ਚੋਂ ਕੰਮ ਨਹੀਂ ਰਿਹਾ ਮੇਰੇ ਘਰ 'ਚ ਚੋਰੀ ਹੋਈ ਆ, ਹੈ ਨਾ। ਇੰਸ਼ੋਰੈਂਸ ਦਾ ਵਿਚਾਰੇ ਨੇ ਕੀ ਕਲੇਮ ਕਰਨੀ ਸੀ। ਸੋ ਕੀ ਹੋਇਆ ਜੀ, ਉਹ ਭਾਈ ਭੂਮੀਆ ਕਹਿੰਦਾ ਨਹੀਂ, ਮੇਰੇ ਗੁਰੂ ਦਾ ਬਚਨ ਹੈ। ਉਹ ਕਹਿੰਦਾ ਕੀ ਬਚਨ ਹੈ? ਕਹਿੰਦਾ ਉਹਨੇ ਸਾਰੀ ਗੱਲ ਦੱਸੀ ਵੀ ਲੂਣ ਮੈਂ ਪਾ ਲਿਆ ਤਾਂ ਕਰਕੇ ਮੈਂ ਲੈ ਕੇ ਗਿਆ। ਕਹਿੰਦਾ ਤੇਰਾ ਗੁਰੂ ਹੋਰ ਕੀ ਕਹਿੰਦਾ? ਕਹਿੰਦਾ ਸੱਚ ਬੋਲੀ, ਲੂਣ ਕਿਸੇ ਦਾ ਹਰਾਮ ਨਹੀਂ ਕਰਨਾ, ਗਰੀਬ ਮਾਰ ਨਹੀਂ ਕਰਨਾ। ਕਹਿੰਦੇ ਮੇਰੇ ਗੁਰੂ ਨੇ ਮੈਨੂੰ 3 ਬਚਨ ਦਿੱਤੇ। ਕਹਿੰਦਾ ਮੈਂ ਉਹ 3 ਬਚਨ ਕਮਾਏ। ਉਹ ਰਾਜਾ ਇੰਨਾ ਇੰਪ੍ਰੈਸ ਹੋਇਆ ਨਾ, ਉਹ ਰਾਜਾ ਭੂਮੀਆ ਨੂੰ ਕਹਿੰਦਾ ਮੈਨੂੰ ਵੀ ਆਪਣੇ ਗੁਰੂ ਕੋਲ ਲੈ ਜਾ, ਮੈਂ ਉਹਨੂੰ ਵੀ ਆਪਣਾ ਗੁਰੂ ਬਣਾ ਲੈਂਦਾ, ਆਈ ਹੈਵ ਟੂ ਗੋ ਟੂ ਹਿਮ। ਦੇਖੋ ਗੁਰੂ ਨਾਨਕ ਨੇ ਉਹ ਭੂਮੀਏ ਦੇ ਬਹਾਨੇ ਉਹਨੂੰ ਵੀ ਜਿਹੜਾ ਹੈ ਜੀਵਨ ਦੇ ਦਿੱਤਾ, ਉਹਦਾ ਵੀ ਸੁਧਾਰ ਕਰਤਾ ਇੱਕ ਰਾਜੇ ਦਾ। ਗੁਰੂ ਨਾਨਕ ਐਸਾ ਹੈ। ਤੇ ਗੁਰੂ ਨਾਨਕ ਮਹਾਰਾਜ ਕੋਲ ਕੋਈ ਕੰਡੀਸ਼ਨਸ ਨਹੀਂ ਹੁੰਦੇ ਸਨ। ਗੁਰੂ ਨਾਨਕ ਦੇ ਅਗਰ ਤੁਸੀਂ ਕੰਡੀਸ਼ਨਸ ਦੇਖੋ ਨਾ, ਗੁਰੂ ਨਾਨਕ ਦੀ ਜਿਹੜੀ ਸਿੱਖਿਆ ਤੁਸੀਂ ਦੇਖੋ ਨਾ, ਮਹਾਰਾਜ ਨੇ ਹਮੇਸ਼ਾ ਇੱਕ ਸਾਂਝੀ ਸਿੱਖਿਆ ਦਿੱਤੀ ਹੈ ਜਿਹੜੀ ਮਨੁੱਖਤਾ ਨੂੰ ਫਾਇਦਾ ਹੋਵੇ। ਮਤਲਬ ਤੁਸੀਂ ਚੰਗੇ ਆ, ਯੂ ਕੈਨ ਬੀ ਵੈਰੀ ਗੁੱਡ, ਵੈਰੀ ਪਾਇਸ, ਵੈਰੀ ਓਨੈਸਟ, but if you don't serve the society, then what are you? ਗੱਲ ਇਹ ਹੈ ਨਾ, ਤੁਸੀਂ ਘਰ ਬੈਠੇ ਕਹੋ ਮੈਂ ਬਹੁਤ ਸੱਚਾ ਜੀ, ਮੈਂ ਝੂਠ ਨਹੀਂ ਬੋਲਦਾ, ਮੈਂ ਨਾਮ ਜਪਦਾ ਜੀ, ਮੈਂ ਇਹ ਗੱਲ, ਪਰ ਤੁਸੀਂ ਕਿਸੇ ਦੀ ਸੇਵਾ ਤਾਂ ਕਰਦੇ ਹੀ ਨਹੀਂ। ਨਹੀਂ, ਤੁਹਾਡਾ ਫਾਇਦਾ ਕੀ ਹੈ ਕਿਸੇ ਨੂੰ ਜੀ? ਤੁਸੀਂ ਆਪਣੇ ਘਰ 'ਚ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਪਰ ਬਾਹਰ ਥੋੜਾ ਯੂ ਡੋਂਟ ਕੰਟਰੀਬਿਊਟ ਐਨੀਥਿੰਗ ਟੂ ਦ ਸੋਸਾਇਟੀ। ਪਰ ਗੁਰੂ ਨਾਨਕ ਦੀ ਸਿੱਖਿਆ ਇਹ ਸੀ, ਕੰਟਰੀਬਿਊਟ ਕਰੋ, ਗਾਂ ਦਿਓ, ਗਾਂ ਕਿਸੇ ਨੂੰ ਖਿਲਾਓ, ਗਾਂ ਕਿਸੇ ਦਾ ਭਲਾ ਕਰੋ, ਗਾਂ ਜਿਹੜਾ ਹੈ ਕਿਸੇ ਦਾ ਜਿਹੜਾ ਹੈ ਕਾਰਜ ਸਵਾਰੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਦੇਖੋ ਮਹਾਰਾਜ ਦੀਆਂ ਬੜੀਆਂ ਸਾਖੀਆਂ ਨੇ, ਜੇ ਆਪਾਂ ਕਹੀਏ ਨਾ, ਆਪਾਂ ਵੀ ਕੈਨ ਗੋ ਔਨ ਐਂਡ ਔਨ, ਬਟ ਆਪਾਂ ਥੋੜੀ ਜਿਹੀ 1-2 ਸਾਖੀਆਂ ਹੋਰ ਕਰ ਲਈਏ ਫਿਰ ਵੀ। ਹਾਂਜੀ, ਸੋ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨਾ ਕਹਿੰਦੇ ਸੱਜਣ ਠੱਗ ਕੋਲ ਗਏ। ਹੁਣ ਸੱਜਣ ਠੱਗ ਜਿਹੜਾ ਸੀ, ਉਹਦਾ ਨਾਂ ਸੱਜਣ ਠੱਗ ਸੀ, ਪਰ ਉਹ ਪੂਰਾ ਸੱਜਣ ਐਸਾ ਸੀ ਜਿਹੜਾ ਜਾਂਦਾ ਸੀ ਮਾਰ ਦਿੰਦਾ ਸੀ, ਪੂਰਾ ਮਾਰ ਕੇ ਹੀ ਬੰਦੇ ਨੂੰ ਛੱਡਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ, ਜਾ ਕੇ ਉੱਥੇ ਖੜੇ ਸੱਜਣ ਠੱਗ ਨੂੰ ਕਹਿੰਦੇ ਤੇਰਾ ਨਾਂ ਸੱਜਣ ਹੈ, ਤੂੰ ਸੱਜਣਾ ਵਾਲੇ ਕੰਮ ਕਰਿਆ ਕਰ। ਸੱਜਣ ਠੱਗ ਮਹਾਰਾਜ ਦੇ ਚਰਨੀ ਤੇ। ਸਾਖੀ ਲੰਮੀ ਆਪਾਂ ਬਹੁਤੀ ਨਹੀਂ ਕਰਨੀ,
महाराज की चरनी पै के मुआफी मंगी, महाराज ने उन्होंने कहा धर्मसाल बना सेवा कर। सो महाराज जिथे भी जाते सन घर घर अंदर धर्मसाल, महाराज ने धर्मसाल पैर जिहड़ा हन प्रगट कीतियां। तुहानूं पता है गुरुद्वारे क्यों बने हैं? जिन्ने गुरुद्वारे ने दुनिया दे ये बने हैं धर्मसालां तो। धर्मसाल गुरुद्वारे का पहला नाम है। उस तो बाद ये गुरुद्वारे बने ने, इवॉल्व होए ने, गुरु का दर है। गुरु के दर का इको एक फंक्शन है, टू सर्व द सोसाइटी, टू सर्व द पुअर, टू सर्व द नीडी। ये गुरुद्वारे का काम है। गुरुद्वारा ये वास्ते नहीं कि तुसी बनाओ, तुसी खाओ, तुसी घर नूं जाओ, थोड़ा ये काम नहीं। गुरुद्वारे का काम ये नहीं होता। आपां गुरुद्वारे आने हाँ, आपे बना के, आपे खा के, सतनाम वाहिगुरु, गो बैक। ये काम नहीं। गुरुद्वारे का काम ये है, जिथे भी गुरुद्वारा होवे, जिथे निशान साहब झुलदा होवे, उत्थे ये मैसेज मिलनी चाहिए सारे आले दुआलियां नूं भी जे भुख लगी है, आ गुरु नानक दा घर है, आई विल गेट माई फूड हियर। मैं इथों भुखा नहीं जावांगा। जे मेरे शरीर ते कपड़ा नहीं बना, इथों कपड़ा भी मिलेगा। ये मेरे गुरु नानक दा घर है, एंड द घर गुरु नानक दा संझा। ये मैसेज है। सो ये भी गल हुई जो कैनेडा दे विच गुरुद्वारा बनाया, उस वेले पहली बार जो सिखां दा माइग्रेशन होया, उत्थे गुरुद्वारे दे अगेंस्ट बहुत लोग होए, कहंदे भी असीं बनाउण नहीं देना, क्योंकि क्रिश्चियन कहंदे सन भी इत्थे चर्चेस बनदियां ने, असीं गुरुद्वारा क्यों बनन दईए। उन्हां ने सिखां नूं काफी चैलेंज दित्ते। हुण सिखां ने उस वेले जिहड़ा है कोर्ट केस होई भी असां उन्हां ने गुरुद्वारा बना लिया, पर कहंदे ढाउणा है, ये गुरुद्वारा नहीं रखण देना। सो उत्थे जिहड़ा है कोर्ट केस चली, बहुत कुछ होया। उस वेले संत आतर सिंह मस्तवाने वाले जिहड़े हैं ना, उन्हां दे सेवक सीगे तेजा सिंह एमए। सो उन्हां नूं संत आतर सिंह ने कहा भी तुसीं जाओ जाके उत्थे मसला जिहड़ा है देखो। वो लॉयर सीगे, उन्हां ने जाके उत्थे केस लई, वो लड़े। उन्हां ने इको गल कोर्ट दे विच जाके कही, कहंदे जदों तुसीं साडा निशान साहब देखदे हो ना, जदों साडा निशान साहब झुलदा है ना, इज अ वेलकमिंग to everybody who is poor and who is hungry and they can come here। क्योंकि अंग्रेज उस वेले सारे गुरुद्वारे आउण लग पे सन, क्योंकि उस वेले कैनेडा का बहुत बुरा हाल सी, वैनकूवर का। उत्थे ड्रग एडिक्ट्स, एल्कोहलिक्स बहुत ज्यादा सन, जिन्हां नूं घरां तों कढिया जांदा सी। ਉਹ ठंड विच पै पै के मर जाते सन कई बारी। सो उन्हां नूं की होया, उन्हां नूं गुरुद्वारे थां मिलण लग गया, रोटी पानी उन्हां नूं मिलण लग गया। सो क्रिश्चियन नूं ये फिक्र हो गया कि कन्वर्ट ना हो जाण, किते सिख ना बन जाण, तां उन्हां ने एक केस कीती। पर जदों जिहड़ा संत तेजा सिंह ने जाके कहा, कहंदा ये निशान साहब ये दिखा रहा है असीं किसी नूं कन्वर्ट नहीं करदे, असीं लोकां दीयां लोड़ां पूरीआं करदे, क्योंकि गुरु नानक ने ये कुछ सानूं सिखाया है। गुरु नानक ने आपां नूं एक इंडिविजुअल बंदे नूं एक सोसाइटी बनाया है। जिथे भी एक सिख होवेगा ना, वो पिंड च कोई भुखा नहीं मरेगा, दैट इज फॉर गारंटी। जिथे एक सिख होवेगा ना, उत्थे कोई नंगा नहीं रहेगा। This is why we are Sikhs. We are proud to be Sikhs, because Guru Nanak ne has given our life to us to serve the world, to serve the people. ये अपना कार्य है। But sadly today, how many gurdwaras are there in Malaysia who provide 24 hours langar? You tell me. And Guru Nanak सच्चे पातशाह ने एक गल कही है, कहंदे ਜਿਹੜਾ भी बेटैमा सिख नूं आके लंगर छकाउंदा है, जां किसे नूं भी लंगर छकाउंदा ना, उस तो वड्डा पुण्य होर कोई नहीं है। गुरु गोबिंद सिंह महाराज आप महाराज ने जिहड़ा है लंगर जिहड़े शुरू कीते, ते महाराज आप टेस्ट करन वास्ते जाया करदे सन लंगरां नूं। एक बार गुरु गोबिंद सिंह महाराज एक जिहड़ा है आम बंदे दा लिबास बना के महाराज जी गए, ते गए भी वो टाइम जिवें तुसीं कहोगे ना लंच तो बाद आफ्टर 2 ਤਾਂ ਵੈਜੀਟੇਰੀਅਨ ਰੈਸਟੋਰੈਂਟ भी बंद हो जाते हैं ना, चाइनीज़ लोग रेस्टोरेंट बंद करके घर नूं मुड़ जाते हैं। ਜਿਹੜੇ इंडियन रेस्टोरेंट होंगे वो कहते जी लिमिटेड मैनू, लिमिटेड हाँ जी। सो जिहड़ा है भी कुछ मिलना, खाना खा लो, नहीं खाना वक्त बनो, है ना। सो समथिंग लाइक दैट। सो वो टाइम से गुरु गोबिंद सिंह महाराज जी गए लंगरां में, सारे कहते जी लंगर मुक गए जी, सारे ने ना करती। अखीर भाई नंद लाल जी के लंगर गए। भाई नंद लाल जी उस वाले बैठे, सारा कुछ सफाई करके जदों देखिया, उन्होंने पता नहीं सी भी गुरु गोबिंद सिंह जी हैं। उन्होंने देखा कोई बुजुर्ग आया, उन्होंने कहा भी लंगर से, कहते हाँ जी बैठो बैठो, बड़े सत्कार नाल बिठाया, ते जाके भज के जाके आटा लैके आए, आटा लैके गुन्निया, ते आप रोटियां पकाउण लगे, बड़े प्यार नाल रोटियां पकाईयां। गुरु गोबिंद सिंह महाराज ने छक लियां ते जाके चले गए। दूजे दिन दरबार विच महाराज ने कहा कि लंगर होण तां भाई नंद लाल वर्गे,
क्योंकि बेटैमा जिहड़ा है ना सी you will never know who is coming to you, in what swaroop is coming, and you will be never sure how many times Guru Nanak has already came to you. ਤੁਸੀਂ ਉਹਨੂੰ ਪਛਾਣਿਆ ਨਹੀਂ ਹੋਣਾ। ਆਪਾਂ ਕਹਿੰਦੇ ਨਾ ਆਪਾਂ ਬਹੁਤ ਸੇਵਾ ਕਰਦੇ ਹਾਂ, ਪਰ ਮਹਾਰਾਜ will test you on your weakest point. ਜਿੱਥੇ ਬੰਦਾ ਫੇਲ ਹੁੰਦਾ ਨਾ ਉੱਥੇ ਮਹਾਰਾਜ ਆ ਕੇ ਟੈਸਟ ਕਰਦੇ ਨੇ। ਹੁਣ ਦੱਸ, ਇਹ ਗੁਰੂ ਨਾਨਕ ਦਾ ਮਾਰਗ ਹੈ। गुरु नानक जी ऐसे ने, गुरु नानक ने दुनिया ਨੂੰ ਬਦਲਾਇਆ, ਦੁਨੀਆ ਦੀ ਸੋਚਣੀ ਨੂੰ ਬਦਲਾਇਆ। The way people think, because people are going selfish, even today people are going selfish, the only one who's not selfish is Guru Nanak, who's giving everybody without caste and creed, ਕੋਈ differentiate ਨਹੀਂ ਗਾ, ਕੋਈ ਕਿਸੇ ਨਾਲ ਵਿਤਕਰਾ ਨਹੀਂ, ਮਹਾਰਾਜ ਸਾਰਿਆਂ ਨੂੰ ਦਿੰਦੇ ਨੇ। ਕਿਹਨੂੰ ਨਹੀਂ ਦਿੰਦੇ? ਇੱਕ ਗੁਰੂ ਨਾਨਕ ਦਾ ਘਰ ਹੈ that everybody has a right to come in। ਤੁਸੀਂ ਮਸਜਿਦ ਜਾਓਗੇ ਕਹੋਗੇ ਨਹੀਂ ਭਾਈ, ਯੂ ਆਰ ਨਾਟ ਅਲਾਉਡ। ਤੁਸੀਂ ਕੋਈ ਖਾਸ ਮੰਦਿਰ ਜਾਓਗੇ ਤੇ ਮੁੜੇ ਲਿਖਿਆ ਓਨਲੀ ਹਿੰਦੂਸ ਅਲਾਉਡ। ਤੁਸੀਂ ਕ੍ਰਿਸਚੀਅਨ ਦੇ ਜਾਓ, ਉਹਨਾਂ ਦੇ ਕੈਥੀਡਰਲ ਜਾਓ, ਕਈ ਕੈਥੀਡਰਲ ਚ ਤੁਹਾਨੂੰ ਵੜਨ ਨਹੀਂ ਦੇਣਾ ਉਹਨਾਂ ਨੇ। ਵੈਟੀਕਨ ਸਿਟੀ ਜਾਓ, ਉਹ ਕਹਿੰਦੇ ਸਾਡੀ ਕਿਰਪਾਨੀ ਤੁਸੀਂ ਪਾ ਸਕਦੇ ਆ, ਕਈ ਕੁਝ ਹੈ। ਪਰ ਹਰਮੰਦਰ ਸਾਹਿਬ ਤੁਸੀਂ ਦੇਖਿਆ ਲੋਕ ਕਿਵੇਂ ਜਾਂਦੇ ਨੇ? ਇੱਕੋ ਇੱਕ ਕੰਡੀਸ਼ਨ ਹੁੰਦੀ ਹੈ, ਸਰ ਢੱਕ ਲਓ, ਦੈਟਸ ਆਲ, ਐਵਰੀਬਾਡੀ ਕੈਨ ਵਾਕ ਇਨ। ਬੱਚਾ ਹੋਵੇ, ਬੁੱਢਾ ਹੋਵੇ, ਕਿਵੇਂ ਵੀ ਹੋਵੇ, ਸਾਰੇ ਹੀ ਜਾ ਸਕਦੇ ਨੇ। ਇਹੀ ਇੱਕ ਘਰ ਹੈ ਗੁਰੂ ਨਾਨਕ ਦਾ। ਇਫ ਯੂ ਲੁੱਕ ਐਟ ਇਟ ਇਨ ਦ ਹੋਲ ਵਰਲਡ, ਕੌਣ ਆ ਸਾਂਝਾ ਸਾਰਿਆਂ ਦਾ? ਯੂ ਟੈਲ ਮੀ। ਗੁਰੂ ਨਾਨਕ, ਨੋਬਡੀ ਐਲਸ। ਕੋਈ ਵੀ ਸਾਂਝਾ ਹੈ ਨਹੀਂ ਦੁਨੀਆ ਦੇ ਵਿੱਚ, ਸਿਰਫ ਕੇਵਲ ਤੇ ਕੇਵਲ ਗੁਰੂ ਨਾਨਕ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਰੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਹਨ, ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ, ਜੈ ਤੈ ਭਏ ਸਹਾਏ। ਮਹਾਰਾਜ ਕਹਿੰਦੇ ਚੌਪਈ ਤਿੰਨ ਇਹ ਕਲ ਮੋਹ ਧਰਮ ਚਲਾਇਓ। ਇਹ ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਨੇ ਧਰਮ ਚਲਾਇਆ ਹੈ। ਧਰਮ ਦਾ ਜਿਹੜਾ ਅਸਲੀ ਮੀਨਿੰਗ ਹੈ ਗੁਰੂ ਨਾਨਕ ਨੇ ਦਿੱਤਾ ਹੈ, ਤੇ ਸਭ ਸਾਧਨ ਕੋ ਰਾਹੋ ਬਤਾਇਓ। ਜਿੰਨੇ ਵੀ ਸਾਧਨ ਸਨ, ਕੋਈ ਮੁਸਲਮਾਨ ਸੀ, ਕੋਈ ਹਿੰਦੂ ਸੀ, ਕੋਈ ਕ੍ਰਿਸਚੀਅਨ ਹੈ, ਉਹਨਾਂ ਨੂੰ ਰਾਹ ਦਿਖਾਉਣ ਵਾਲਾ ਗੁਰੂ ਨਾਨਕ ਹੈ, ਜਿਨ੍ਹਾਂ ਨੇ ਉਹਨਾਂ ਨੂੰ ਰਾਹ ਦਿਖਾਇਆ ਕਿ ਆਪਣੀ ਰਿਲੀਜਨ ਨੂੰ ਤੁਸੀਂ ਕਿਵੇਂ ਪ੍ਰੈਕਟਿਸ ਕਰਨਾ ਹੈ। ਨਾਓ ਇਫ ਯੂ ਗੋ ਟੂ ਮੱਕਾ ਟੁਡੇ, ਕੈਨ ਯੂ ਗੋ ਐਂਡ ਟਾਕ ਦੇਅਰ? ਫਸਟ ਥਿੰਗ, ਯੂ ਕੈਨੋਟ ਇਵਨ ਗੋ ਦੇਅਰ। ਇਫ ਯੂ ਗੋ ਦੇਅਰ, ਕੈਨ ਯੂ ਓਪਨ ਯੋਰ ਮਾਊਥ ਐਂਡ ਸੇ ਯੂ ਆਰ ਡੂਇੰਗ ਦਿਸ ਰੋਂਗ, ਯੂ ਨੋ ਯੂ ਡੂ ਲਾਈਕ ਦੈਟ, ਨੋ ਯੂ ਸ਼ੁਡ ਡੂ ਲਾਈਕ ਦੈਟ? ਉਹ ਕਹੋਗੇ ਭਾਈ ਇੱਧਰ ਆ, ਗਰਦਨ ਥੱਲੇ ਕਰ, ਯੂ ਆਰ ਡਨ। ਓਕੇ, ਕੋਈ ਨਹੀਂ, ਤੁਸੀਂ ਹਿੰਦੂ ਮੰਦਰਾਂ 'ਚ ਚੱਲ ਜਾਓ, ਜਾ ਕੇ ਕਹੋ ਉਹਨਾਂ ਨੂੰ, ਆ ਤੁਸੀਂ ਪੂਜਾ ਕੀ ਕਰਦੇ ਆ ਜੀ, ਪੂਜਾ ਨਾ ਕਰਨੀ ਜੀ। ਉਹਨਾਂ ਨੇ ਚੱਕ ਕੇ ਥਾਲ ਤੁਹਾਡੇ ਮਾਰਨੇ ਆ ਸਾਰੇ, ਕਰ ਲਿਓ ਜੋ ਕਰਨਾ। ਕੌਣ ਬੋਲਣ ਦਿੰਦਾ ਹੈ ਜੀ? ਕੋਈ ਬੋਲਣ ਦਿੰਦਾ? ਗੁਰੂ ਨਾਨਕ ਮਹਾਰਾਜ ਸਾਰੇ ਕਿਤੇ ਜਾ ਕੇ ਉਪਦੇਸ਼ ਦੇ ਕੇ ਆਏ ਤੇ ਉਹਨਾਂ ਨੂੰ ਚਰਨੀ ਵੀ ਪਾ ਕੇ ਆਏ। ਕੌਣ ਕਰ ਸਕਦਾ ਹੈ ਜੀ? ਸਮਟਾਈਮਸ ਯੂ ਡੋਨਟ ਇਵਨ ਥਿੰਕ, ਯੂ ਨੋ, ਪੁੱਟ ਯੋਰਸੈਲਫ ਇਨਟੂ ਦੈਟ ਸ਼ੂਜ਼, ਦੈਨ ਯੂ ਵਿਲ ਅੰਡਰਸਟੈਂਡ ਵਾਟ ਹੀ ਹੈਜ਼ ਡਨ। ਮਹਾਰਾਜ ਨੇ ਉਹ ਕੁਝ ਕੀਤਾ ਜਿਹੜਾ ਕੋਈ ਨਹੀਂ ਕਰ ਸਕਦਾ। ਉਹ ਬੋਲ ਮਹਾਰਾਜ ਨੇ ਬੋਲੇ ਜਿਹੜਾ ਕੋਈ ਬੋਲ ਨਹੀਂ ਸਕਦਾ। ਬੁੱਢਾ ਨੂੰ ਸਾਰੀ ਦੁਨੀਆ ਮੰਨਦੀ, ਪਰ ਬੁੱਢਾ ਵੀ ਇਹ ਚੀਜ਼ ਨੂੰ ਬੋਲ ਨਹੀਂ ਸਕਿਆ, ਉਹ ਕਰਕੇ ਦਿਖਾ ਨਹੀਂ ਸਕਿਆ। ਉਹ ਸਿਰਫ ਆਪਣਾ ਸੈਕਟ ਬਣਾ ਕੇ ਪਾਸੇ ਹੋ ਗਿਆ, ਉਹੀ ਕਰ ਸਕਿਆ, ਉਹ ਕੁਝ ਨਹੀਂ ਕਰ ਸਕਿਆ। ਗੁਰੂ ਨਾਨਕ ਇਜ਼ ਦ ਓਨਲੀ ਵਨ। ਤੇ ਫਿਰ ਦੇਖੋ, ਜੋ ਤਾਕੋ ਮਾਰਗ ਮੈਂ ਆਏ, ਜਿਹੜੇ ਗੁਰੂ ਨਾਨਕ ਦੇ ਮਾਰਗ ਤੇ ਆ ਗਏ ਤੇ ਕਬਹੁ ਨਹੀਂ ਪਾਪ ਸੰਤਾਏ। ਉਹਨਾਂ ਨੂੰ ਕਿਤੇ ਪਾਪਾਂ ਨੇ ਸੰਤਾਇਆ ਨਹੀਂ, ਉਹਨਾਂ ਨੂੰ ਪਾਪਾਂ ਨੇ ਕਿਤੇ ਦੁਖੀ ਨਹੀਂ ਕੀਤਾ ਜੋ ਗੁਰੂ ਨਾਨਕ ਦੇ ਮਾਰਗ ਤੇ ਆ ਗਏ, ਜੋ ਗੁਰੂ ਨਾਨਕ ਦੀ ਬਿਲੀਫ ਨੂੰ ਆ ਗਏ। ਕਿਉਂਕਿ ਗੁਰੂ ਨਾਨਕ ਦੀ ਬਿਲੀਫ ਦੇ ਵਿੱਚ ਕੋਈ ਵੀ ਹੰਦੇਰਾ ਨਹੀਂ ਹੈ, ਕੋਈ ਇਗਨੋਰੈਂਸ ਨਹੀਂ ਹੈ, ਕੋਈ ਦੁੱਖ ਨਹੀਂ ਹੈ। ਵੀ ਡੋਂਟ ਰੈਕਗਨਾਈਜ਼ ਦੁੱਖ ਐਸ ਦੁੱਖ। ਵਾਈ? ਬਿਕੋਜ਼ ਗੁਰੂ ਨਾਨਕ ਹੈਜ਼ ਗਿਵਨ so much of happiness, we don't have a place for dukh. And even if there's a dukh, we have the vanisher here, the perisher here. ਗੁਰੂ ਨਾਨਕ ਬੈਠੇ ਨੇ, ਮੈਨੂੰ ਕਾਹਦਾ ਫਿਕਰ ਹੈ? ਕਿੱਡਾ ਮਰਜ਼ੀ ਦੁੱਖ ਆ ਜਾਵੇ, ਮੇਰਾ ਗੁਰੂ ਉਹ ਤੋਂ ਵੀ ਵੱਡਾ, ਮੈਨੂੰ ਇਹ ਗੱਲ ਦਾ ਕੋਈ ਫਿਕਰ ਨਹੀਂ। ਗੁਰੂ ਨਾਨਕ ਮਹਾਰਾਜ ਕੋ ਜੇ ਪੰਥ ਤਵਨ ਤੇ ਪਰੇ, ਕਹਿੰਦੇ ਜੋ ਜੋ ਵੀ ਉਹਨਾਂ ਦੇ ਪੰਥ ਦੇ ਆ ਰਸਤੇ ਵਿੱਚ ਆ ਗਏ ਮੰਨ ਲਿਆ, ਤਾਂ ਕਹਿੰਦੇ ਪਾਪ ਤਾਪ ਤਿਨਕੇ ਪ੍ਰਭ ਹਰੇ। ਕਹਿੰਦੇ ਉਹਨਾਂ ਦੇ ਪਾਪ, ਉਹਨਾਂ ਦੇ ਦੁੱਖ ਪਰਮਾਤਮਾ ਨੇ ਸਾਰੇ ਦੂਰ ਕਰਤੇ। ਦੁੱਖ ਭੂਖ ਕਬਹੂ ਨਾ ਸੰਤਾਏ। ਨਾ ਸਿੱਖਾਂ ਨੂੰ ਦੁੱਖ ਹੈ ਨਾ ਭੁੱਖ ਹੈ। ਲੋਕ ਕਿਉਂ ਕਹਿੰਦੇ ਨੇ ਵਾਹ ਸਿੱਖ ਕਮਿਊਨਿਟੀ ਇਜ਼ ਵੈਲ ਟੂ ਡੂ, ਲੋਕਾਂ ਨੂੰ ਬਹੁਤ ਵੱਡਾ ਭਰਮ ਹੈ ਨਾ। ਆਈ ਹੋਪ ਯੂ ਕੀਪ ਇਟ ਲਾਈਕ ਦੈਟ। ਲੋਕਾਂ ਨੂੰ ਬਹੁਤ ਭਰਮ ਆ, ਕਹਿੰਦੇ ਯੋਰ ਕਮਿਊਨਿਟੀ ਆ ਲੈਟ ਇਟ ਨੋ, ਉਹ ਵੈਰੀ ਯੂਨਾਈਟਡ, ਯੂ ਨੋ, oh your community are help each other one, you know,
ਫਿਰ ਕੀ ਕਹਿੰਦੇ ਜੀ, ਯੋਰ ਕਮਿਊਨਿਟੀ ਔਰ ਰਿਚ ਪੀਪਲ ਯੂ। ਹਾਂਜੀ, ਉਹਨਾਂ ਨੂੰ ਕੁਝ ਦੱਸਿਆ ਨਾ ਕਰੋ। ਵੈਰੀ ਗੁੱਡ। ਹਾਂਜੀ, ਕਿਉਂਕਿ ਲੋਕ ਜਿਹੜੇ ਸਿਆਣੇ ਕਹਿੰਦੇ ਨੇ, ਜੇ ਝੱਗਾ ਚੱਕੋ ਆਪਣਾ ਢਿੱਡ ਨੰਗਾ। ਹਾਂਜੀ, ਆਪਾਂ ਕਾਹਨੂੰ ਦੱਸਣਾ। ਉਹ ਕਹਿੰਦੇ ਜੀ ਬਹੁਤ ਚੰਗੇ। ਹਾਂਜੀ, ਸਾਡਾ ਗੁਰੂ ਨਾਨਕ ਹੈ। ਹਾਂਜੀ, ਸੋ ਤਾਂ ਹੀ ਮਹਾਰਾਜ ਕਹਿੰਦੇ ਧੂਪ ਭੂਖ ਕਪਹੂ ਨਾ ਸੰਤਾਏ, ਜਾਲ ਕਾਲ ਦੇ ਵਿੱਚ ਨਾ ਆਏ। ਉਹ ਕਿਤੇ ਕਾਲ ਦੇ ਚੱਕਰ ਵਿੱਚ ਨਹੀਂ ਪੈਣਗੇ ਜੋ ਗੁਰੂ ਨਾਨਕ ਨੂੰ ਮੰਨਣਗੇ। ਬਿਕਾਜ਼ ਗੁਰੂ ਨਾਨਕ ਨੇ ਸਿਰਫ ਪਰਮਾਤਮਾ ਨੂੰ ਦਿਖਾਇਆ। ਗੁਰੂ ਨਾਨਕ ਨੇ ਇਹ ਨਹੀਂ ਦਿਖਾਇਆ ਵੀ ਮੁਸਲਮਾਨ ਇਜ਼ ਲੋਵਰ ਦੈਨ ਹਿੰਦੂ, ਹਿੰਦੂ ਇਜ਼ ਹਾਇਰ, ਔਰ ਹਿੰਦੂ ਇਜ਼ ਲੋਵਰ ਦੈਨ ਮੁਸਲਮਾਨ, ਔਰ ਕ੍ਰਿਸਚੀਅਨਸ ਆਰ ਗ੍ਰੇਟਰ, ਔਰ ਦਿਸ ਇਜ਼ ਨਾਟ ਗ੍ਰੇਟਰ। ਮਹਾਰਾਜ ਨੇ ਇਹ ਗੱਲਾਂ ਬਿਲਕੁਲ ਨਹੀਂ ਕੀਤੀਆਂ। ਅਮਲਾ ਬਾਜੋ ਦੋਨੋਂ ਰੋਈ, ਗੱਲ ਇਹ ਖਤਮ। ਮਹਾਰਾਜ ਨੇ ਕਿਤੇ ਨਹੀਂ ਕਿਤੇ ਕਿਹਾ ਵੀ ਹਿੰਦੂ ਵੱਡੇ ਜਾਂ ਮੁਸਲਮਾਨ ਵੱਡੇ, ਕਿਤੇ ਨਹੀਂ। ਅਮਲਾ ਤੇ ਗੱਲ ਖੜੀ ਹੈ, ਤੂੰ ਕੀ ਕਰਦਾ ਹੈ। ਲੁੱਕ ਐਟ ਯੋਰਸੈਲਫ ਵਾਟ ਯੂ ਆਰ ਡੂਇੰਗ। ਦੇਖੋ, ਇਸ ਕਰਕੇ ਮਹਾਰਾਜ ਦਾ ਮਾਰਗ ਸੱਚਾ ਹੈ। ਦਿਸ ਦ ਟਰੂ ਮਾਰਗ ਆਫ ਗੁਰੂ ਨਾਨਕ। ਮਹਾਰਾਜ ਕਿਸੇ ਨੂੰ ਛੋਟਾ ਵੱਡਾ ਨਹੀਂ ਕਹਿੰਦੇ, ਸਿਰਫ ਅਮਲਾ ਵੱਲ ਦੇਖਦੇ ਨੇ। ਵੈਰੀ ਪ੍ਰੈਕਟੀਕਲ। ਦੈਟਸ ਹਾਊ, ਸੀ ਇਫ ਯੂ ਕੈਨ ਅੰਡਰਸਟੈਂਡ ਦਿਸ, ਪੁੱਟ ਦਿਸ ਇਨਟੂ ਯੋਰ ਫੈਮਿਲੀ, ਦੈਨ ਯੂ ਵਿਲ ਸੀ ਹਾਊ ਇਟ ਗਰੋਸ। ਇਹ ਆ ਗੁਰੂ ਨਾਨਕ ਦੀ ਦਿੱਤੀ ਸੋਚ, ਜਿਹੜੀ ਸੋਚ ਜਿਹੜਾ ਵੀ ਕੋਈ ਅਟੈਕ ਕਰੇਗਾ ਉਹਦਾ ਰਾਜ ਦੁਨੀਆ ਤੇ ਹੋਏਗਾ। ਹੀ ਵਿਲ ਰੂਲ ਦ ਵਰਲਡ। ਐਸਾ ਜਿਹੜਾ ਮਹਾਰਾਜ ਦੀ ਕਿਰਪਾ ਹੈ। ਸੋ ਇੱਥੇ ਆਪਾਂ ਅੱਜ ਸਮਾਪਤੀ ਕਰੀਏ ਤੇ ਮਹਾਰਾਜ ਦਾ ਜਿਹੜਾ ਹੈ ਜਾਪ ਹੁਣ ਆਪਾਂ ਕਰਾਂਗੇ। ਸਾਰਿਆਂ ਨੇ ਹਿੱਸਾ ਲੈਣਾ। ਧੰਨ ਗੁਰੂ ਨਾਨਕ ਦਾ ਜਾਪ ਆਪਾਂ ਕਰਨਾ ਹੈ। ਕੋਈ ਵੀ ਰਸਨਾ ਖਾਲੀ ਨਾ ਰਹੇ। ਹਾਂਜੀ, ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ। ਜਿਨ੍ਹਾਂ ਨੂੰ ਭੁੱਖ ਲੱਗੀ ਆ ਬੇਸ਼ੱਕ ਲੰਗਰ ਛਕ ਲਿਓ, ਪਰ ਜਿਨ੍ਹਾਂ ਨੂੰ ਨਾਮ ਦੀ ਭੁੱਖ ਆ ਉਹ ਤੁਸੀਂ ਇੱਥੇ ਲੰਗਰ ਛਕ ਲਿਓ, ਕੋਈ ਗੱਲ ਨਹੀਂ। ਹਾਂਜੀ, ਦੋ ਤਰ੍ਹਾਂ ਦੇ ਲੰਗਰ ਹੁੰਦੇ, ਇੱਕ ਢਿੱਡ ਦਾ ਹੁੰਦਾ, ਇੱਕ ਮਨ ਦਾ ਹੁੰਦਾ ਹੈ। ਹਾਂਜੀ, ਜਿਹੜਾ ਮਰਜ਼ੀ ਛਕ ਲਿਆ ਕਰੋ। ਹਾਂਜੀ, ਪਰ ਚਾਹੀਦੇ ਦੋਨੋਂ ਹੀ। ਹਾਂਜੀ, ਇਹ ਨਾ ਆਪਾਂ ਕਹਿੰਦੇ ਵੀ ਇੱਕ ਚਾਹੀਦਾ ਇੱਕ ਨਹੀਂ। ਢਿੱਡ ਵੀ ਭਰਨਾ ਚਾਹੀਦਾ ਹੈ। ਹਾਂਜੀ, ਪਰ ਉਨਾ ਵੀ ਨਹੀਂ ਭਰਨਾ ਚਾਹੀਦਾ ਕਿ ਆਪਾਂ ਭਰ ਕੇ ਆਪਾਂ ਹੀ ਲੋਟਪੋਟ ਹੋ ਜਾਈਏ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਮਹਾਰਾਜ ਦੀ ਕਿਰਪਾ ਹੋਵੇ। ਚਲੋ ਆਪਾਂ ਸਿਮਰਨ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।